ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 6 ਜਨਵਰੀ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਖਤੌਰ ਸਿੰਘ ਢਿੱਲੋਂ ਤੋਂ ਇਲਾਵਾ ਸ਼ਵਿੰਦਰ ਸਿੰਘ ਅਤੇ ਡਾਕਟਰ ਸ਼ਿੰਦਰ ਕੌਰ ਵੀ ਜੁੜਨਗੇ। ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਸਰਦਾਰ ਬਲਵੀਰ ਸਿੰਘ ਉਸਮਾਨਪੁਰ ਅਤੇ ਹਰਜਾਪ ਸਿੰਘ, ਜਿਨ੍ਹਾਂ ਦੇ ਪੈਟਰੋਲ ਪੰਪ ਨੇ ਜੀ, ਪਾਰਕਿੰਗ ਲਾਟ ਨੇ, ਅਰਲਿੰਗਟਨ ਫਿਊਲ ਸਟਾਪ ਹੈ ਅਤੇ ਲੋਸਟ ਹਿੱਲ ਦੇ ਵਿੱਚ ਇਹਨਾਂ ਦਾ ਸਟਾਪ ਹੈ। ਸੋ ਇਹਦੀ ਜਾਣਕਾਰੀ ਤੁਹਾਨੂੰ ਅੱਗੇ ਦਿਆਂਗੇ। ਅਤੇ ਇਸ ਤੋਂ ਪਹਿਲਾਂ ਸਾਡੇ ਸਪਾਂਸਰ ਨੇ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਲਿਸਨਰਸ ਅਤੇ ਜਗਜੀਤ ਸਿੰਘ ਲੰਡਨ। ਜੇਕਰ ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਅਤੇ ਲੋਕਲ ਏਰੀਆ ਜੋਬ ਕਰਨਾ ਚਾਹੁੰਦੇ ਹੋ ਤਾਂ ਸ਼ੈਟਲ ਦੇ ਵਿੱਚ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਜਗਦੇਵ ਸੰਧੂ ਹੋਰੀ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੇ ਨੇ। ਤੁਸੀਂ ਸੰਪਰਕ ਕਰ ਸਕਦੇ ਹੋ 2532666924 ਅਤੇ ਗੁਰਵਿੰਦਰ ਸਿੰਘ ਧਾਲੀਵਾਲ ਨਾਲ 2063544060। 2020 CDL ਡਰਾਈਵਿੰਗ ਸਕੂਲ ਇੱਥੇ ਤੁਸੀਂ ਫਰੈਡਰਿਕਸਬਰਗ ਦੇ ਵਿੱਚ ਹੈ ਜੀ ਇਹ, ਅਤੇ ਇੱਥੇ ਤੁਸੀਂ ਸਕੂਲ ਬੱਸ ਡਰਾਈਵਰ ਦੀ ਟ੍ਰੇਨਿੰਗ ਲੈ ਸਕਦੇ ਹੋ 7 ਡੇਜ਼ ਅ ਵੀਕ। ਇਸ ਤੋਂ ਇਲਾਵਾ CDL ਕਲਾਸ A, B ਐਂਡ P ਦੀ ਟ੍ਰੇਨਿੰਗ ਲੈ ਸਕਦੇ ਹੋ, ਬੱਸ, ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਦੀ ਵੀ। ਅਤੇ 2020 CDL ਡਰਾਈਵਿੰਗ ਸਕੂਲ ਦੇ ਡਾਇਰੈਕਟਰ ਬੜੇ ਪੈਸ਼ਨੇਟ ਅਤੇ ਪ੍ਰੋਫੈਸ਼ਨਲ ਨੇ, ਮਲਟੀ ਲੈਂਗੁਏਜਿਸ ਦੇ ਵਿੱਚ ਤੁਹਾਨੂੰ ਡਰਾਈਵਿੰਗ ਦੇ ਗੁਣ ਸਿਖਾਉਂਦੇ ਨੇ। ਤੁਹਾਨੂੰ ਫਰੀ ਸਟੇ ਅਤੇ ਨਾਲ ਪਿਕ ਐਂਡ ਡਰੋਪ ਦਿੱਤੀ ਜਾਂਦੀ ਹੈ। ਟਿਊਸ਼ਨ ਫੀ ਦੀ ਕੋਈ ਤੰਗੀ ਫੰਗੀ ਹੈ ਤਾਂ ਸਨੀ ਨਾਲ ਸੰਪਰਕ ਕਰ ਲਓ 5406560985। ਕੁਛ ਹੋਰ ਵਪਾਰਕ ਸਨੇਹ ਤੇ ਫਿਰ ਹਾਜ਼ਰ ਹੁੰਨੇ। ਜੁੜੇ ਰਹੋ ਰੇਡੀਓ ਪੰਜਾਬ। ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-409-2000 ਜਾਂ ਫਿਰ ਕਾਲ ਕਰੋ 204-777-0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-797-2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403-404-9501 403-404-9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ।
ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਦਾ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਕੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਫਿਰੋਜ਼ਪੁਰ ਰੈਲੀ ਰੇਡੀਓ ਪੰਜਾਬ ਟੂਡੇ ਦੇ ਮੰਚ ਤੋਂ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਸੀ ਕਿ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਹੈ, ਪਰ ਜਿਸ ਢੰਗ ਦੇ ਨਾਲ ਮੋਦੀ ਸਾਹਿਬ ਰੈਲੀ ਤੇ ਨਹੀਂ ਗਏ, ਉਹਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹਰ ਪੱਖ ਤੋਂ। ਇਹਦੇ ਉੱਤੇ ਜਿਹੜੇ ਨਹੀਂ ਪੁੱਜੇ ਨੇ ਉਹਨਾਂ ਨੂੰ ਰੈਲੀ ਕੈਂਸਲ ਕਰਨੀ ਪੈ ਗਈ। ਸੋ ਇਹ ਤਮਾਮ ਘਟਨਾਕ੍ਰਮ ਜਿਹੜਾ ਕੱਲ੍ਹ ਦਾ ਤੇ ਹੁਣ ਤੱਕ ਦਾ ਹੋ ਰਿਹਾ, ਇਹਨੂੰ ਤੁਸੀਂ ਕਿਵੇਂ ਲੈ ਕੇ ਚੱਲ ਰਹੇ ਹੋ? ਦੇਖੋ, ਜੋ ਕੁਝ ਹੋਇਆ ਬਹੁਤ ਮਾੜਾ ਹੋਇਆ ਜੀ। ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆ ਰਹੇ ਸੀ ਤੇ ਆ ਰਹੇ ਸੀ ਇੱਕ ਲੰਮੇ ਅੰਤਰਕਾਲ ਤੋਂ ਬਾਅਦ। ਜੀ। ਪਹਿਲਾਂ ਪ੍ਰਧਾਨ ਮੰਤਰੀ ਜੀ ਉਦੋਂ ਆਏ ਸੀ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ। ਉਸ ਵੇਲੇ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਮਾਨ ਸਨਮਾਨ ਕੀਤਾ। ਬਾਅਦ ਦੇ ਵਿੱਚ ਇਹ ਹੁੰਦਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ ਸਿਰਫ ਤੇ ਸਿਰਫ 2 ਆਪਣੇ ਜੋਟੀ ਦੇ ਯਾਰਾਂ ਨੂੰ ਖੁਸ਼ ਕਰਨ ਵਾਸਤੇ 3 ਜਿਹੜੇ ਹੈਗੇ ਕਾਲੇ ਕਾਨੂੰਨ ਲੈ ਕੇ ਆਂਦੇ ਜੀ। ਔਰ ਉਹ ਕਾਲੇ ਕਾਨੂੰਨ ਜਿਹੜੇ ਹੈ ਕਿਸਾਨਾਂ ਨੂੰ ਆਪਣੀ ਹੋਣੀ ਲਈ ਬਹੁਤ ਹੀ ਖਤਰਨਾਕ ਜਾਪੇ ਤੇ ਕਿਸਾਨਾਂ ਨੇ ਉਹਦੇ ਖਿਲਾਫ ਅੰਦੋਲਨ ਸ਼ੁਰੂ ਕਰ ਦਿੱਤਾ। ਜੀ। ਅੰਦੋਲਨ ਦੀ ਸ਼ੁਰੂਆਤ ਪੰਜਾਬ 'ਚੋਂ ਹੁੰਦੀ ਹੈ ਤੇ ਸਾਰੇ ਦੇਸ਼ ਦੇ ਵਿੱਚ ਉਹ ਅੰਦੋਲਨ ਫੈਲਿਆ। ਅੰਦੋਲਨ ਦੇ 2 ਪੱਖ ਹੈ। ਇੱਕ ਪੱਖ ਤਾਂ ਇਹ ਹੈ ਕਿ ਅੰਦੋਲਨ ਨੇ ਜਿੱਤ ਪ੍ਰਾਪਤ ਕੀਤੀ ਹੈ, ਸਰਕਾਰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਈ ਹੈ। ਲੇਕਿਨ ਦੂਜਾ ਪੱਖ ਹੈ ਜਿਹੜੇ ਨੂੰ ਲੋਕ ਬਹੁਤ ਘਟਾ ਕੇ ਦੇਖਦੇ ਹੈ ਤੇ ਮੈਂ ਉਹਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਵਜੋਂ ਦੇਖਦਾ। ਜੀ। ਉਹ ਪ੍ਰਾਪਤੀ ਇਹ ਹੈ ਕਿ ਜਦੋਂ 1984 ਦੇ ਵਿੱਚ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਜੀ, ਦਰਬਾਰ ਸਾਹਿਬ ਦੇ ਅੰਦਰ ਫੌਜ ਬਾੜੀ ਹੈ, ਉੱਥੇ ਖੂਨ ਡੁੱਲਿਆ, ਲਹੂ ਲੁਹਾਨ ਹੋਇਆ। ਸਾਡਾ ਪਵਿੱਤਰ ਸਰੋਵਰ ਸਾਹਿਬ ਵੀ ਲਾਲ ਰੰਗ ਦੇ ਵਿੱਚ ਤਬਦੀਲ ਹੋ ਗਿਆ ਸੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ 2 ਅੰਗ ਰੱਖਕਾਂ ਨੇ ਇਮੋਸ਼ਨਲ ਹੋ ਕੇ ਇੰਦਰਾ ਗਾਂਧੀ ਦਾ ਕਤਲ ਕਰਤਾ ਸੀ। ਫਿਰ ਆਪਾਂ ਨੂੰ ਇਹ ਪਤਾ ਹੈ ਕਿ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ, ਜਿਹਨੂੰ ਅਸੀਂ ਨਸਲਕੁਸ਼ੀ ਵੀ ਕਹਿ ਸਕਦੇ ਹਾਂ ਜੀ, ਕਿਉਂਕਿ ਅੱਜ ਵੀ ਦਿੱਲੀ ਦੇ ਵਿੱਚ ਇੱਕ ਕਲੋਨੀ ਹੈ ਜਿਹਨੂੰ ਵਿਧਵਾ ਕਲੋਨੀ ਵਜੋਂ ਜਾਣਿਆ ਜਾਂਦਾ। ਦੁਖਾਂਤ ਬਹੁਤ ਵੱਡਾ ਹੈ। ਔਰ ਸਿੱਖਾਂ ਨੂੰ, ਜਿਹੜੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ, ਜਿਨ੍ਹਾਂ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਜੀ। ਜੇ ਆਪਾਂ ਦੇਖੀਏ, ਕੁੱਲ ਵੇਖੀਏ ਤਾਂ 80% ਕੁਰਬਾਨੀਆਂ ਦੇ ਵਿੱਚ ਸਭ ਪੰਜਾਬੀਆਂ ਦਾ ਆਉਂਦਾ ਹੈ ਜੀ। ਇਸ ਦੇਸ਼ ਦੇ ਵਿੱਚ 2% ਸਾਡੀ ਆਬਾਦੀ ਹੈ ਤੇ ਕੁਰਬਾਨੀਆਂ 80% ਜੀ। ਇਹ ਕੋਈ ਛੋਟੀ ਗੱਲ ਨਹੀਂ। ਅਨਾਜ ਦੇ ਮਾਮਲੇ 'ਚ ਅਸੀਂ ਦੇਖੀਏ ਤਾਂ ਜਦੋਂ PL 480 ਸਮਝੌਤੇ ਦੇ ਤਹਿਤ ਅਸੀਂ ਅਮਰੀਕਾ ਦੇ ਮੂਹਰੇ ਹੱਥ ਅੱਡਦੇ ਹੁੰਦੇ ਸੀ, ਦੂਜੇ ਪੱਛਮੀ ਦੇਸ਼ਾਂ ਦੇ ਮੂਹਰੇ ਕਿ ਸਾਨੂੰ ਖਾਣ ਵਾਸਤੇ ਕੁਝ ਦੇ ਦਿਓ। ਬਿਲਕੁਲ। ਦਾੜੀਵਾਲੀਆ ਸਾਹਿਬ, ਤੁਸੀਂ ਤਾਂ ਸ਼ਾਇਦ ਖੁਸ਼ਕਿਸਮਤ ਹੋਵੋਗੇ ਕਿ ਤੁਹਾਡੇ ਜ਼ਮਾਨੇ 'ਚ ਨਹੀਂ ਸੀ। ਮੈਂ ਆਪਣੇ ਜ਼ਮਾਨੇ ਦੇ ਵਿੱਚੋਂ ਦੇਖਿਆ, ਮੈਂ ਉਹਨਾਂ ਲੋਕਾਂ ਦੇ ਵਿੱਚੋਂ ਹਾਂ ਜਿਹੜੇ ਅਸੀਂ ਚੌਲ ਵਾਲ ਵੀ ਖਾਂਦੇ ਰਹੇ। ਫਿਰ PV 18 ਨਾਂ ਦੀ ਇੱਕ ਕਣਕ ਆਈ ਜੀ। ਉਹ ਲਾਲ ਰੰਗ ਦੀ ਕਣਕ ਹੁੰਦੀ ਸੀ ਤੇ ਉਸ ਕਣਕ ਦੀ ਹਾਲਤ ਇਹ ਹੁੰਦੀ ਸੀ ਕਿ ਉਹਦੇ ਆਟੇ ਨੂੰ ਜੇ ਤਾਂ ਤੁਸੀਂ ਮੱਚਦੀ ਰੋਟੀ ਤਵੇ ਤੋਂ ਲੈਂਦੀ ਮੂੰਹ 'ਚ ਪਾ ਲਓ ਤਾਂ ਠੀਕ ਨਹੀਂ ਚੱਬੀ ਜਾਂਦੀ ਸੀ, ਨਹੀਂ ਤਾਂ ਲੱਕੜ ਬਣ ਜਾਂਦੀ ਸੀ। ਆਹੀ ਤੁਹਾਡੇ ਆਪਣੇ ਬਾਜਰੇ ਵਾਲੇ ਨੂੰ, ਬਾਜਰੇ ਤੋਂ ਵੀ ਕਿਤੇ ਸਖਤ। ਤੇ ਫਿਰ ਅਗਾਂਹ ਜਿਹੜੇ ਹੈਗੇ PL 480 ਸਮਝੌਤਾ ਜਿਹੜਾ ਹੋਇਆ ਸੀ, ਉਹਦੇ ਰਾਹੀਂ ਅਮਰੀਕਾ ਨੇ ਇਹ ਸਾਡੇ ਤੇ ਲਾਈਆਂ ਸੀ ਸ਼ਰਤਾਂ ਕਿ ਜਿਹੜੀ ਸਾਨੂੰ ਕਣਕ ਵੇਚੀ ਜਾਊਗੀ ਖਾਣ ਦੇ ਲਾਇਕ ਵੀ ਨਹੀਂ ਜੀ, ਤੇ ਉਸ ਕਣਕ ਤੋਂ ਵੱਟਿਆ ਹੋਇਆ ਪੈਸਾ 50% ਇੱਥੇ ਹੀ ਲੱਗੂਗਾ ਇਸ ਦੇਸ਼ ਦੇ ਵਿੱਚ। ਪਰ ਉਹ ਦੱਸਿਆ ਨਹੀਂ ਜਾਊ ਕਾਹਦੇ ਤੇ ਲੱਗੂਗਾ ਜੀ। ਉਹਨੇ ਫਿਰ ਸਕੂਲਾਂ ਜਾਂ ਕਾਲਜਾਂ ਜਾਂ ਹਸਪਤਾਲਾਂ ਤੇ ਨਹੀਂ ਲੱਗਣਾ ਸੀ, ਉਹ ਕੋਈ ਸ਼ਾਸਕਾਂ ਦੇ ਉੱਤੇ ਲੱਗਣਾ ਸੀ। ਤਾਂ ਦੇਸ਼ ਨੂੰ ਆਤਮ ਨਿਰਭਰ ਬਣਾਉਣ 'ਚ ਅਨਾਜ ਦੇ ਮਾਮਲੇ 'ਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹਦਾ ਖਮਿਆਜਾ ਪੰਜਾਬੀਆਂ ਨੂੰ ਕੀ ਭੁਗਤਣਾ ਪਿਆ? ਕੈਂਸਰ, ਕਈ ਤਰ੍ਹਾਂ ਦੇ ਰੋਗਾਂ ਦੇ ਨਾਲ ਅਸੀਂ ਅੱਜ ਵੀ ਜੂਝ ਰਹੇ ਹਾਂ ਜੀ। ਵਾਤਾਵਰਨ ਸਾਡਾ ਪਲੀਤ ਹੋ ਚੁੱਕਿਆ ਹੈ, ਜਿਹੜੀ ਜਨਨ ਪ੍ਰਕਿਰਿਆ ਉਹ ਵੀ ਪ੍ਰਭਾਵਿਤ ਹੋਈ।
ਇੱਥੋਂ ਤੱਕ ਕਿ ਮਤਲਬ ਜਿਹੜੇ ਹੈਗੇ ਆ, ਅਸੀਂ ਘਸਿਆਰੇ ਬਣਦੇ ਜਾ ਰਹੇ ਤੇ ਪੰਜਾਬ ਦਾ ਜਿਹੜਾ ਬ੍ਰੇਨ ਹੈ ਉਹ ਡਰੇਨ ਹੋ ਰਿਹਾ ਬਿਲਕੁਲ। ਹੁਣ ਤਾਂ ਸਿਆਸਤਦਾਨ ਵੀ ਕਹਿਣ ਲੱਗੇ ਆਈਲੈਟ ਵੀ ਤੁਹਾਨੂੰ ਹੁਣ ਤਾਂ ਮਤਲਬ ਸਥਿਤੀ ਹੈ ਕਿ ਬਿਮਾਰੀ ਦਾ ਇਲਾਜ ਕਰਨ ਦੀ ਬਜਾਏ ਕਹਿੰਦੇ ਨਿਕਲੋ ਇੱਥੋਂ ਇੱਥੋਂ ਹਰ ਪੋਲੀਟੀਕਲ ਪਾਰਟੀ ਕਹਿੰਦੀ ਅਸੀਂ ਆਈਲੈਟਸ ਵੀ ਖਿਲਾਵਾਂਗੇ, ਤੁਹਾਨੂੰ ਬਾਹਰ ਭੇਜਣ ਦਾ ਪ੍ਰਬੰਧ ਵੀ ਕਰਾਂਗੇ। ਅਸੀਂ ਬਾਹਰ ਜਾਣ ਦੇ ਖਿਲਾਫ ਨਹੀਂ, ਜਾਣਾ ਚਾਹੀਦਾ ਬਿਲਕੁਲ, ਲੇਕਿਨ ਬਾਹਰ ਸਿਰਫ ਇਸ ਕਰਕੇ ਨਹੀਂ ਨਾ ਜਾਣਾ ਚਾਹੀਦਾ ਕਿ ਸਾਡੇ ਕੋਲ ਰੁਜ਼ਗਾਰ ਹੈ ਨਹੀਂ, ਇਹ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰਨਾ। ਸੋ ਇਹਦੇ 'ਚ ਆਪਾਂ ਨੂੰ ਮੰਨਣਾ ਪੈਣਾ ਕਿ ਸਾਨੂੰ ਇੱਕ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ ਸੀ। ਔਰ ਇਹ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਜੀ, ਮੇਰੇ ਯਾਦ ਹੈ ਮੈਂ ਸੁਣਦਾ ਹੁੰਦਾ ਸੀ ਕਿ ਜਦੋਂ ਕਿਸੇ ਦੂਰ ਦਰਾਡੇ ਦੇ ਇਲਾਕੇ ਦੇ ਵਿੱਚ ਪੰਜਾਬ ਤੋਂ ਕਿਤੇ ਦੂਰ ਕਿਸਾਨ ਮਹਾਪੰਚਾਇਤ ਹੋਣੀ ਹੈ, ਉੱਥੋਂ ਦੇ ਲੋਕ ਕਿਸਾਨ ਮਹਾਪੰਚਾਇਤ ਆਯੋਜਿਤ ਕਰਦੇ ਹੁੰਦੇ ਸੀ ਤੇ ਆਪਣੀ ਲੀਡਰਸ਼ਿਪ ਨੂੰ ਪਤਾ ਕੀ ਕਹਿੰਦੇ ਹੁੰਦੇ ਸੀ, ਅਰੇ ਭਾਈ ਪਗੜੀਧਾਰੀ ਸਰਦਾਰ ਕੋ ਜ਼ਰੂਰ ਬੁਲਾਣਾ ਜੀ। ਇੱਕ ਜਾਂ ਦੋ ਸਰਦਾਰ ਪਗੜੀ ਧਾਰੀ ਜਾਂਦੇ ਉੱਥੇ ਤੇ ਉਹਨਾਂ ਨੂੰ ਆਪਦਾ ਹੀਰੋ ਮੰਨਦੇ ਹੁੰਦੇ ਸੀ ਜੀ। ਪੰਜਾਬ ਤੇ ਹਰਿਆਣੇ ਦੇ ਦਰਮਿਆਨ ਸਿਆਸਤਦਾਨਾਂ ਨੇ ਇੱਕ ਦੁਸ਼ਮਣੀ ਪਵਾਤੀ, ਲੇਕਿਨ ਇਸ ਅੰਦੋਲਨ ਨੇ ਉਹ ਦੁਸ਼ਮਣੀ ਖਤਮ ਕਰਤੀ ਸੀ ਜੀ। ਫੇਰ ਮੁੜ ਕੇ ਜਾ ਕੇ ਜਿਹੜੀ ਹੈ ਪੱਗ ਦੀ, ਦਸਤਾਰ ਦੀ, ਸਿੱਖਾਂ ਦੀ ਸਾਰੇ ਭਾਰਤ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਜਿਹੜੀ ਉਹਦੀ ਆਭਾ ਬਣੀ ਸੀ, ਇਹ ਇੱਕ ਬਹੁਤ ਵੱਡੀ ਸਾਡੀ ਪ੍ਰਾਪਤੀ ਸੀ। ਔਰ ਇਹ ਕਿਸਾਨ ਅੰਦੋਲਨ ਦੇ ਵਿੱਚੋਂ ਅਸੀਂ ਖੱਟਿਆ, ਲੇਕਿਨ ਜ਼ਖਮ ਵੀ ਕਿਸਾਨ ਅੰਦੋਲਨ ਦੇ ਬਹੁਤ ਡੂੰਘੇ 750 ਦੇ ਕਰੀਬ ਜਿਹੜੇ ਹੈਗੇ ਕਿਸਾਨ ਉਹ ਸ਼ਹੀਦ ਹੋ ਚੁੱਕੇ ਜੀ। ਭਾਵੇਂ ਕਾਲੇ ਕਾਨੂੰਨ ਪ੍ਰੈਸ਼ਰ ਥੱਲੇ ਆ ਕੇ, ਅੰਦੋਲਨ ਦੇ ਪ੍ਰੈਸ਼ਰ ਥੱਲੇ ਆ ਕੇ ਸਰਕਾਰ ਨੇ ਵਾਪਸ ਲੈ ਲਈ ਪਰ ਲੇਕਿਨ ਅਜੇ ਤੱਕ ਜਿਹੜੀ ਮੇਨ ਚੀਜ਼ ਹੈ MSP, ਉਹ ਉੱਥੇ ਖੜੀ ਹੈ। ਉਹ MSP ਵਾਲਾ ਮੁੱਦਾ ਉੱਥੇ ਖੜੋਤਾ ਹੈ। ਕਿਸਾਨਾਂ ਦੇ ਖਿਲਾਫ ਜਿਹੜੇ ਕੇਸ ਰਜਿਸਟਰ ਹੋਏ ਸੀ ਜੀ, ਜੇ ਅਸੀਂ ਇਸ ਉੱਤਰੀ ਖਿੱਤੇ ਦੇ ਵਿੱਚ ਦੇਖੀਏ ਤਾਂ ਪੰਜਾਬ 'ਚ ਹੋਏ ਸੀ। ਚਲੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦਾ ਨਜ਼ਰੀਆ ਕੁਛ ਜਿਹੜਾ ਸੀ ਉਹ ਹਮਦਰਦੀ ਵਾਲਾ ਸੀ, ਇਹਨਾਂ ਨੇ ਜੇ ਕਿਤੇ ਕੇਸ ਰਜਿਸਟਰ ਕਰ ਲਏ ਗ੍ਰਿਫਤਾਰੀਆਂ ਨਹੀਂ ਕੀਤੀਆਂ ਜੀ। ਸਗੋਂ ਪੰਜਾਬ ਨੂੰ ਤਾਂ ਅਸੀਂ ਇਹ ਕਹਾਂਗੇ ਕਿ ਪੰਜਾਬ ਵਾਲਿਆਂ ਨੇ ਤਾਂ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਹੈ, ਪਰਿਵਾਰਾਂ ਦੇ ਵਾਜਬ ਮੈਂਬਰਾਂ ਨੂੰ ਨੌਕਰੀਆਂ ਦੇਣ ਦੀ ਗੱਲ ਵੀ ਕਹੀ ਹੈ ਜੀ। ਪੰਜਾਬ ਦੇ ਵਿੱਚ ਇੰਨੀ ਸੀ, ਲੇਕਿਨ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਨਾਲ ਜੋ ਹੋਈ ਹੈ ਉਹ ਆਪਣੇ ਸਾਹਮਣੇ ਹੈ ਜੀ। ਕਿਵੇਂ ਇੱਕ IAS ਆਫੀਸਰ ਕਹਿੰਦਾ ਇਹਨਾਂ ਦੇ ਸਿਰ ਭੰਨ ਦਿਓ, ਔਰ ਕਿਸਾਨਾਂ ਦੇ ਖਿਲਾਫ ਸੈਂਕੜਿਆਂ ਦੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਰਚੇ ਦਰਜ ਹੋਏ। ਚੰਡੀਗੜ੍ਹ ਦੇ ਵਿੱਚ ਯੂਨੀਅਨ ਟੈਰੀਟਰੀ ਹੈ, ਕੇਂਦਰ ਸਰਕਾਰ ਦਾ ਰਾਜ ਹੈ, ਉੱਥੇ ਪਰਚੇ ਹੋਏ। ਦਿੱਲੀ ਦੇ ਵਿੱਚ ਪਰਚੇ ਹੋਏ ਜੀ। ਇਹ ਸਾਰਾ ਕੁਝ ਉੱਥੇ ਹੋਇਆ। UP ਦੇ ਵਿੱਚ ਪਰਚੇ ਹੋਏ, ਅਜੇ ਤੱਕ ਉਹ ਪਰਚੇ ਪੈਂਡਿੰਗ ਪਏ। ਕਿਸਾਨਾਂ ਨੂੰ ਜਿਹੜੀ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ MSP ਦੇ ਮੁੱਦੇ ਦੇ ਉੱਤੇ ਕਮੇਟੀ ਬਣਾ ਦਿੱਤੀ ਜਾਊਗੀ, ਕਮੇਟੀ ਅਜੇ ਕਿਤੇ ਦਿਖਦੀ ਨਹੀਂ ਜੀ। ਕੇਸ ਦੇ ਉਹਦੇ ਉੱਤੇ ਉਹ ਖੜੇ ਵੀ ਹੈ। ਕਿਸਾਨ ਇਹ ਮਹਿਸੂਸ ਕਰਦੇ ਕਿ ਠੀਕ ਹੈ ਤੁਸੀਂ ਕਾਲੇ ਕਾਨੂੰਨ ਤਾਂ ਵਾਪਸ ਲੈ ਲਏ, ਲੇਕਿਨ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਮੰਗਾਂ ਮੰਨ ਚੁੱਕੇ ਹੋ, ਪ੍ਰਵਾਨ ਕਰ ਚੁੱਕੇ ਹੋ, ਉਹ ਸਿਰੇ ਲਾ ਦਿਓ। ਸੋ ਇਸ ਕਰਕੇ ਕਿਸਾਨਾਂ ਦੇ ਵਿੱਚ ਬੇਚੈਨੀ ਸੀ। ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਹੈ ਤੇ ਅਸੀਂ ਪ੍ਰਧਾਨ ਮੰਤਰੀ ਦਾ ਕਰਾਂਗੇ ਵਿਰੋਧ ਜੀ। ਵਿਰੋਧ ਉਹਨਾਂ ਨੇ ਨਹੀਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਅਸੀਂ ਉੱਥੇ ਰੈਲੀ 'ਚ ਨਹੀਂ ਪਹੁੰਚਣ ਦਿੱਤੇ। ਉਹਨਾਂ ਨੇ ਕਿਹਾ ਸੀ ਅਸੀਂ ਆਪਣਾ ਪ੍ਰੋਟੈਸਟ ਲਾਂਚ ਕਰਾਂਗੇ, ਔਰ ਪ੍ਰੋਟੈਸਟ ਲਾਂਚ ਕਰਨ ਵਾਸਤੇ ਉਹਨਾਂ ਨੇ ਜਿਹੜਾ ਤਰੀਕਾ ਲੱਭਿਆ ਸੀ ਉਹ ਬਹੁਤ ਸਿਆਣਾ ਤਰੀਕਾ ਸੀ। ਉਹਨਾਂ ਨੇ ਕਿਹਾ ਸੀ ਕਿ ਬਲਾਕ, ਸਬ ਡਿਵੀਜ਼ਨ, ਡਿਸਟ੍ਰਿਕਟ ਪੱਧਰ ਦੇ ਉੱਤੇ ਜਿਹੜੀ ਹੈ ਅਸੀਂ ਪੁਤਲੇ ਸਾੜਾਂਗੇ ਜੀ। ਆਪਣੇ ਹਨੂੰਮਾਨ ਚੌਕ 'ਚ BK ਉਗਰਾਹਾਂ ਵਾਲਿਆਂ ਨੇ ਆਦਮਕਦ ਪੁਤਲਾ ਸਾੜੇ, ਅਖਬਾਰਾਂ ਦੇ ਵਿੱਚ ਪਬਲਿਸਿਟੀ ਵੀ ਪੂਰੀ ਮਿਲੀ ਹੈ, ਕਿਸੇ ਨੂੰ ਇਤਰਾਜ਼ ਵੀ ਕੋਈ ਨਹੀਂ। ਡੈਮੋਕ੍ਰੇਸੀ ਦੇ ਵਿੱਚ ਸਾਨੂੰ ਇਹ ਹੱਕ ਹੈ, ਲੋਕਤੰਤਰ ਸਾਨੂੰ ਇਹ ਅਧਿਕਾਰ ਦਿੰਦਾ, ਸਾਡਾ ਕਨਸਟੀਟਿਊਸ਼ਨ ਸਾਨੂੰ ਅਧਿਕਾਰ ਦਿੰਦਾ ਵੀ ਅਸੀਂ ਕਰੀਏ, ਪ੍ਰੋਟੈਸਟ ਕਰ ਲਈਏ। ਲੇਕਿਨ ਕੁਝ ਤਾਕਤਾਂ ਅਜਿਹੀਆਂ ਵੀ ਹੈ ਜਿਨ੍ਹਾਂ ਨੂੰ ਇਹ ਜਿੱਤ ਹਜਮ ਨਹੀਂ ਹੁੰਦੀ। ਜਿਹੜੀ ਕਿਸਾਨਾਂ ਦੀ ਜਿੱਤ ਹੈ, ਜਿਹੜੀ ਕਿਸਾਨਾਂ ਨੇ ਜਾਂ ਸਿੱਖਾਂ ਨੇ ਜਿਹੜੀ ਇੱਜ਼ਤ ਕੱਟੀ ਹੈ, ਉਹ ਹਜਮ ਨਹੀਂ ਹੁੰਦੀ। ਔਰ ਮੈਂ ਇਹਨੂੰ ਇਹ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਕਿ ਉਹ ਤਾਕਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੇਂਦਰੀ ਸਰਕਾਰ ਤੇ ਏਜੰਸੀਆਂ ਦੇ ਹੱਥਾਂ ਦੇ ਵਿੱਚ ਉੱਥੇ ਵੀ ਖੇਡੀਆਂ ਤੇ ਇੱਥੇ ਵੀ ਖੇਡੀਆਂ। 26 ਜਨਵਰੀ ਨੂੰ ਜੋ ਕੁਛ ਹੋਇਆ, ਸਾਡੇ ਬਹੁਤ ਸਾਰੇ ਲੋਕਾਂ ਨੇ, ਸਾਡੇ ਮਿੱਤਰਾਂ ਨੇ ਇਤਰਾਜ਼ ਪ੍ਰਗਟ ਕੀਤੇ ਕਿ ਤੁਸੀਂ ਬਹੁਤ ਰਹਿਸ਼ ਚੱਲੇ ਹੋ, ਤੁਹਾਨੂੰ ਇਹ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ, ਪਰ ਬਾਅਦ ਦੇ ਵਿੱਚ ਸੱਚੀਆਂ ਸਾਬਤ ਹੋਈਆਂ। ਜਿਹੜੇ ਲੋਕਾਂ ਨੇ ਉੱਥੇ ਉਹਦਾ ਵਿਰੋਧ ਕੀਤਾ ਸੀ, ਯਾਦ ਕਰੋ ਤੁਸੀਂ 26 ਜਨਵਰੀ ਨੂੰ ਜੀ। 26 ਜਨਵਰੀ ਨੂੰ ਜਦੋਂ ਤੜਕੇ ਆਪਣੀ ਕਿਸਾਨ ਪਰੇਡ ਚੱਲਣੀ ਸੀ, ਜੇ ਉਹ ਕਿਸਾਨ ਪਰੇਡ ਕਿਤੇ ਨਿਕਲ ਜਾਂਦੀ ਤੇ ਇਹ ਕਾਲੇ ਕਾਨੂੰਨ ਉਹਨਾਂ ਦਿਨਾਂ 'ਚ ਹੀ ਵਾਪਸ ਹੋ ਜਾਣੇ ਸੀ, ਕਿਉਂਕਿ ਦੁਨੀਆ ਦੇ ਵਿੱਚ ਕਿਸਾਨਾਂ ਦੇ ਉਸ ਪ੍ਰੋਟੈਸਟ ਦਾ ਜਿਹੜੀ ਕਵਰੇਜ ਹੋਣੀ ਸੀ, ਬਹੁਤ ਵੱਡੇ ਉਧਰ ਲੈ ਗਏ ਸੰਸਾਰ ਪੱਧਰ ਦੇ ਕਵਰੇਜ। ਕੱਲ ਹੋਇਆ ਉਹੀ ਕੱਲ। ਹਾਂ, ਉਦੋਂ ਵੀ ਕੀ ਹੋਇਆ ਸੀ ਕਿ ਸਿੰਘੂ ਬਾਰਡਰ ਤੇ ਜਿਹੜੇ ਸਭ ਤੋਂ ਮੂਹਰੇ ਬੈਠੇ ਸੀ, ਉੱਥੇ ਦਿੱਲੀ ਪੁਲਿਸ ਦੇ ਅਫਸਰਾਂ ਦੀ ਗੱਡੀ ਆਉਂਦੀ ਹੈ, ਉਹ ਆ ਕੇ ਉਹਨਾਂ ਦੇ ਨਾਲ ਗੱਲ ਕਰਦੀ ਹੈ। ਕਿਸਾਨਾਂ ਨੂੰ ਕਿਹਾ ਕਿ ਤੁਸੀਂ 9 ਵਜੇ ਚੱਲੋਗੇ, ਜਿਹੜੀ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਕਿਹਾ ਸੀ 9 ਵਜੇ ਚੱਲੋਗੇ, ਪਰ ਤੜਕੇ 7 ਵਜੇ ਹੀ ਸਿੰਘੂ ਬਾਰਡਰ ਦੇ ਉੱਤੋਂ ਜਿਹੜੀਆਂ ਰੋਕਾਂ ਸੀ ਉਹ ਹਟਾਤੀਆਂ ਸੀ,
ਔਰ ਉੱਥੋਂ ਸਿੱਧਾ ਜਿਹੜਾ ਹੈਗਾ ਰੂਟ ਲਾਲ ਕਿਲੇ ਨੂੰ ਤੈਅ ਕਰਤਾ ਸੀ। ਜੋ ਕੁਛ ਜਿਨ੍ਹਾਂ ਨੇ ਜਿਵੇਂ ਰੌਲਾ ਪਾਇਆ ਉੱਥੇ ਹੜਦੁੰਗ ਮਚਾਇਆ, ਜੋ ਸਾਰਾ ਕੁਛ ਕੀਤਾ ਕਰਾਇਆ, ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਨਹੀਂ ਕਿ ਕੇਸਰੀ ਨਿਸ਼ਾਨ ਨਾ ਚੜਾਇਆ ਜਾਵੇ। ਕੇਸਰੀ ਨਿਸ਼ਾਨ ਸਾਡਾ ਨਿਸ਼ਾਨ ਚੜਦਾ ਹੈ, ਸਾਡਾ ਨਿਸ਼ਾਨ ਹੈ, ਚੜਦਾ ਹਰ ਵਾਰੀ ਚੜਦਾ ਹੈ। ਗੁਰਦੁਆਰਿਆਂ 'ਚ ਚੜਾਉਣੇ ਅਸੀਂ ਤਾਂ ਚੜਦੇ ਹਾਂ, ਲਾਲ ਕਿਲੇ ਤੇ ਵੀ ਚੜਦਾ ਜਦੋਂ ਅਸੀਂ ਫਤਿਹ ਮਾਰਚ ਕੱਢਦੇ ਹਾਂ। ਫਤਿਹ ਮਾਰਚ ਕੱਢਦੇ ਹਾਂ ਜਦੋਂ ਬਾਬਾ ਬਘੇਲ ਸਿੰਘ ਹੋਰਾਂ ਨੇ ਫਤਿਹ ਕੀਤੀ ਸੀ ਦਿੱਲੀ, ਉਸ ਵੇਲੇ ਜਿਹੜਾ ਦਿਨ ਆਉਂਦਾ ਉਸ ਦਿਨ ਦੇ ਉੱਤੇ ਵੀ ਲਾਲ ਕਿਲੇ ਤੇ ਚੜਦਾ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਜਦੋਂ ਏਜੰਸੀਆਂ ਤੇ ਸਰਕਾਰ ਦੇ ਹੱਥਾਂ ਦੇ ਵਿੱਚ ਖੇਡ ਕੇ ਤੁਸੀਂ ਸਾਬੋਤਾਜ ਕਰ ਰਹੇ ਹੋ, ਇਤਰਾਜ਼ ਉਹਦੇ ਤੇ ਸੀ। ਤੇ ਕੱਲ ਵੀ ਕੀ ਹੋਇਆ, ਕੱਲ ਵੀ ਉਹ ਕੁਛ ਹੋਇਆ। ਮੈਂ ਹੁਣ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਨਹੀਂ ਕਿਸਾਨਾਂ ਨੇ ਕੁਛ ਨਹੀਂ ਕੀਤਾ, ਇਹਨਾਂ ਨੇ ਆਹ ਨਹੀਂ ਕੀਤਾ, ਪਰ ਉਹ ਤਾਂ ਕਿਸਾਨ ਜਿਹੜੇ ਹੈਗੇ ਆ ਉਹ ਤਾਂ ਕਹੀ ਜਾਂਦੇ ਸਾਨੂੰ ਰੋਕਿਆ ਹੀ ਨਹੀਂ ਕਿਸੇ ਨੇ, ਸਾਨੂੰ ਕਿਸੇ ਨੇ ਰੋਕਿਆ ਨਹੀਂ। ਇਹਦੇ ਵਿੱਚ ਪੋਲੀਟੀਕਲ ਮਾਈਲੇਜ ਲੈਣ ਦੀ ਗੱਲ ਕਰ ਰਹੇ ਸੀ, ਕਾਊਂਟ ਕਰਨ ਦੇ ਸੀ, ਉਹ ਆਪਦੀ ਲੈ ਰਹੇ ਸੀ। ਦੇਖੋ ਜੇ ਪ੍ਰਧਾਨ ਮੰਤਰੀ ਆਉਂਦੇ ਲਗਭਗ 50,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਜ਼ਿਕਰ ਹੁੰਦਾ ਹੈ ਜੀ। ਇੱਕੋ ਵੱਡਾ ਜਿਹੜਾ ਹੈਗਾ ਐਕਸਪ੍ਰੈਸ ਵੇ ਬਣਨਾ ਸੀ, ਚਲੋ ਪੰਜਾਬ ਨੂੰ ਫਾਇਦਾ ਨਹੀਂ, ਕੇਂਦਰ ਦਾ ਸੀਗਾ, ਕੇਂਦਰ ਦਾ ਹੋਵੇ, ਕੁਛ ਨਾ ਕੁਛ ਚਾਹ ਦੀਆਂ ਦੁਕਾਨਾਂ ਬਣੀ, ਕੁਛ ਨਾ ਕੁਛ ਤਾਂ ਬਣੂਗਾ ਨਾ। ਬੰਦੇ ਗੱਡੀਆਂ ਹੋਰ ਤਾਂ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਟਰੱਕ ਚਲਾਉਣੇ, ਇੱਥੇ ਵੀ ਚੱਲਦੇ। ਜੇ ਇੱਥੇ ਕਿਸੇ ਕਿਸਮ ਦੀ ਕੋਈ ਡਿਵੈਲਪਮੈਂਟ ਹੁੰਦੀ ਹੈ, ਕੱਲ ਨੂੰ ਜੇ ਸਾਡਾ ਰਾ ਮਟੀਰੀਅਲ ਜਾਣਾ ਖਾੜੀ ਦੇ ਦੇਸ਼ਾਂ ਨੂੰ, ਉਹ ਵੀ ਤਾਂ ਸੜਕਾਂ ਦੇ ਰਾਹੀਂ ਜਾਣਾ, ਕਿਉਂਕਿ ਇਨਫਰਾਸਟ੍ਰਕਚਰ ਤੋਂ ਬਗੈਰ ਕਿਸੇ ਦੇਸ਼ ਦੀ ਡਿਵੈਲਪਮੈਂਟ ਨਹੀਂ ਹੁੰਦੀ। ਜੇ ਆਪਾਂ ਦੁਬਈ ਦੀ ਗੱਲ ਕਰੀਏ, ਦੁਬਈ ਕੀ ਸੀ, ਟਿੱਬੇ ਸੀ, ਉੱਥੇ ਇਨਫਰਾਸਟ੍ਰਕਚਰ ਬਣਿਆ ਤੇ ਇਸ ਵੇਲੇ ਦੁਨੀਆ ਦੀ ਮਾਰਕੀਟ ਦਾ ਹੈਡਕੁਆਟਰ ਬਣਿਆ ਵਾ। ਬਿਲਕੁਲ। ਇਵੇਂ ਜਿਵੇਂ ਜੇ ਅਸੀਂ ਦੇਖੀਏ ਤਾਂ 2 ਮੈਡੀਕਲ ਕਾਲਜ ਆ ਰਹੇ ਸੀ ਪੰਜਾਬ ਵਾਸਤੇ, 3 ਮੈਡੀਕਲ ਕਾਲਜ ਸਪਾਂਸਰ ਕੀਤੇ ਸੀ ਕੇਂਦਰ ਸਰਕਾਰ ਨੇ। ਇੱਕ ਮੈਡੀਕਲ ਕਾਲਜ ਮੋਹਾਲੀ ਬਣੀ ਜਾਂਦਾ, ਇੱਕ ਕਪੂਰਥਲੇ ਬਣਨਾ ਸੀ, ਇੱਕ ਹੁਸ਼ਿਆਰਪੁਰ ਬਣਨਾ ਸੀ, ਉਹਦਾ ਨੀਂਹ ਪੱਥਰ ਵੀ ਰੱਖਣਾ ਸੀਗਾ। ਔਰ ਜਿਹੜਾ ਇਹ ਸਾਰਾ ਕੁਛ ਹੋਇਆ, ਚਲੋ 2 ਚੀਜ਼ਾਂ ਮੈਨੂੰ ਹੋਰ ਲੱਗਦੀਆਂ ਕਿ ਜਿਹੜੀਆਂ ਹੋ ਸਕਦੀਆਂ ਸੀ। ਚਲੋ ਪੈਸਾ ਧੇਲਾ, ਸ਼ਾਇਦ ਕੋਈ ਨਾ ਕੋਈ ਪੈਕੇਜ ਵਗੈਰਾ ਦਾ ਐਲਾਨ ਕਰ ਦਿੰਦੇ ਪ੍ਰਧਾਨ ਮੰਤਰੀ। ਜੇ ਪੈਕੇਜ ਦਾ ਸਿੱਧਾ ਐਲਾਨ ਨਾ ਕਰਦੇ ਤਾਂ ਘੱਟੋ ਘੱਟ ਜਿਹੜਾ ਟੈਕਸ ਹੋਲੀਡੇ ਵਾਲੀ ਗੱਲ ਸੀ ਉਹ ਤਾਂ ਲੱਗਦੀ ਸੀ। ਸਭ ਤੋਂ ਵੱਡੀ ਗੱਲ ਜਿਹੜੀ ਲੱਗਦੀ ਸੀ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜਾ ਪੰਜਾਬ ਸਰਕਾਰ, ਭਾਰਤ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਅਸੀਂ ਸਿੱਖ ਬੰਦੀਆਂ ਨੂੰ ਛੱਡਾਂਗੇ, ਤੇ ਜਿਨ੍ਹਾਂ ਦੇ ਵਿੱਚ ਛੱਡਣ ਤੇ ਨਾਂ ਲਿਆ ਗਿਆ ਸੀ, ਸਭ ਤੋਂ ਪਹਿਲਾਂ ਲਿਆ ਗਿਆ ਸੀ ਬਲਵੰਤ ਸਿੰਘ ਰਾਜੋਆਣੇ ਔਰ ਨਾਲ ਲਿਆ ਸੀ ਦਵਿੰਦਰਪਾਲ ਸਿੰਘ ਭੁੱਲਰ ਦਾ। ਇਹ ਤੋਂ ਪਹਿਲਾਂ ਦਾਣੇ ਵਾਲੀਆਂ ਸਾਹਿਬ, ਆਪਾਂ ਨੂੰ ਤਾਂ ਪਤਾ ਇਸ ਗੱਲ ਦਾ ਕਿ ਅੰਦਰ ਖਾਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਸੀ। ਜੇ ਕਿਸਾਨ ਅੰਦੋਲਨ ਦੀ ਗੱਲ ਕਰ ਲਈ ਆਪਾਂ ਕਿ ਇਹ ਕੋਈ ਸੁਪਨਾ ਨਹੀਂ ਆ ਗਿਆ ਸੀ ਨਰਿੰਦਰ ਮੋਦੀ ਜੀ, ਸਾਰੀ ਅੰਦਰ ਖਾਤੇ ਗੱਲ ਚੱਲਦੀ ਸੀ, ਪਰਦੇ ਦੇ ਪਿੱਛੇ ਚੱਲਦੀ ਸੀ, ਉਹਦਾ ਰਿਜ਼ਲਟ ਹੀ ਨਿਕਲਿਆ ਸਾਰਾ ਇੱਕ ਕੰਪਰੋਮਾਈਜ਼ ਹੋਇਆ ਸੀ। ਇਵੇਂ ਜਿਵੇਂ ਜਿਹੜੀ ਹੈਗੀ ਹੈ, ਕੁਝ ਸਿੱਖ ਆਗੂਆਂ ਨੂੰ ਬੁਲਾਇਆ ਗਿਆ ਸੀ, ਧਾਰਮਿਕ ਆਗੂਆਂ ਨੂੰ ਵੀ ਦਿੱਲੀ ਬੁਲਾਇਆ ਗਿਆ ਸੀ, ਉਹਨਾਂ ਨਾਲ ਰਹਿ ਮਸ਼ਵਰਾ ਕੀਤਾ ਗਿਆ ਸੀ ਕਿ ਜੀ ਜੇ ਅਸੀਂ ਛੱਡ ਦਈਏ, ਕਿਉਂਕਿ ਉਹਨਾਂ ਨੂੰ ਪੋਲੀਟੀਕਲ ਲਾਹਾ ਚਾਹੀਦਾ ਪੰਜਾਬ ਦੇ ਵਿੱਚ, ਉਹਨਾਂ ਨੂੰ ਜ਼ਮੀਨ ਅੱਗੇ ਉਹਨਾਂ ਨੇ ਇਲੈਕਸ਼ਨ ਆਉਂਦੀ ਹੈ, ਉਹਨੂੰ ਇਹ ਕਿ ਜੇ ਅਸੀਂ ਬਲਵੰਤ ਸਿੰਘ ਰਾਜੋਆਣੇ ਨੂੰ ਛੱਡ ਦਿਆਂਗੇ ਤੇ ਸਿੱਖ ਭਾਈਚਾਰੇ ਦੀ ਨਫ਼ਰਤ ਕੁਛ ਨਾ ਕੁਛ ਸਾਡੇ ਨਾਲ ਘਟੂਗੀ। ਨਾਲੇ ਢਿੱਲੋਂ ਸਾਹਿਬ ਇਹ ਵੀ ਚਰਚਾ ਹੈ ਨਾ ਕਿ ਬੀਜੇਪੀ ਦੇ ਵਿੱਚ ਇੱਕ ਚੀਜ਼ ਆ ਗਈ ਕਿ ਉਹਨਾਂ ਨੂੰ ਇਹ ਫੀਡਬੈਕ ਆ ਗਈ ਕਿ ਤੁਹਾਨੂੰ ਸਿੱਖਾਂ ਦੇ ਨਾਲ ਬਣਾ ਕੇ ਰੱਖਣਾ, ਚੱਲਣਾ ਪੈਣਾ ਹੈ, ਤੁਸੀਂ ਇਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ, ਇਹਨਾਂ ਨਾਲ ਤੁਸੀਂ ਧੱਕਾ ਨਹੀਂ ਕਰ ਸਕਦੇ। ਇਹ ਤਾਂ ਬੀਜੇਪੀ ਦੀ ਜਿਹੜੀ ਮਾਂ ਆਰਐਸਐਸ ਬਣਾਉਣ ਵਾਲਾ ਸਾਵਰਕਰ ਸੀ ਜੀ। ਸਾਵਰਕਰ ਨੇ 1923 ਦੇ ਵਿੱਚ ਇੱਕ ਕਿਤਾਬ ਲਿਖੀ ਸੀ, ਐਸੈਂਸ਼ੀਅਲਸ ਆਫ ਹਿੰਦੂਇਜ਼ਮ। ਉਹਦੇ ਵਿੱਚ ਸਿੱਖਾਂ ਬਾਰੇ ਇੱਕ ਚੈਪਟਰ ਲਿਖਿਆ ਹੋਇਆ ਹੈ, ਸਿੱਖਾਂ ਦੀ ਬਹਾਦਰੀ ਦੀਆਂ ਗੱਲਾਂ ਕੀਤੀਆਂ, ਸਿੱਖਾਂ ਦੇ ਪਿਛੋਕੜ ਦੀ ਗੱਲ ਕੀਤੀ ਵੀ ਹੈ, ਔਰ ਉਹ ਨਾਲ ਗੱਲ ਕਹਿੰਦਾ ਕਿ ਜੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ ਤਾਂ ਇਹ ਸਿੱਖਾਂ ਦੀ ਜਿਹੜੀ ਹੈ ਹਮਦਰਦੀ ਤੋਂ ਬਗੈਰ ਨਹੀਂ ਬਣ ਸਕਦਾ। ਸਿੱਖਾਂ ਨਾਲ ਨਾ ਵਿਗਾੜੋ ਤੁਸੀਂ। ਹੋਰ ਤਾਂ ਹੋਰ ਸਤਿਆਪਾਲ ਮਲਿਕ ਮੇਘਾਲਿਆ ਦਾ ਗਵਰਨਰ ਹੈ ਜੀ, ਉਹ ਸਿੱਖ ਇਤਿਹਾਸ ਦੇ ਹਵਾਲੇ ਦੇ ਕੇ ਵਾਰ-ਵਾਰ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ ਕਹਿੰਦਾ ਰਿਹਾ ਕਿ ਇਹਨਾਂ ਦੀਆਂ ਮੰਗਾਂ ਪ੍ਰਵਾਨ ਕਰ ਲਓ, ਤੁਹਾਨੂੰ ਜੇ ਤੁਸੀਂ ਇਹਨਾਂ ਦੀਆਂ ਮੰਗਾਂ ਪ੍ਰਵਾਨ ਨਾ ਕਰੋਗੇ। ਸੋ ਪ੍ਰਧਾਨ ਮੰਤਰੀ ਜੇ ਇੱਥੇ ਆ ਰਿਹਾ ਸੀ, ਉਹ ਹੁਣ ਕੁਛ ਲੈਣ ਵਾਸਤੇ ਨਹੀਂ ਆ ਰਿਹਾ ਸੀ, ਉਹ ਦੇਣ ਵਾਸਤੇ ਆ ਰਿਹਾ ਸੀ। ਸਾਨੂੰ ਕੁਛ ਮਿਲਦਾ, ਅਸੀਂ ਵੋਟਾਂ ਪਾਉਂਦੇ ਨਾ ਪਾਉਂਦੇ ਸਾਡੀ ਮਰਜ਼ੀ ਹੈ, ਜੇ ਅਸੀਂ ਉਹਦਾ ਵਿਰੋਧ ਕਰਦੇ ਹਾਂ। ਪਰ ਚਲੋ ਸਭ ਗੱਲ ਇਹ ਸੀ, ਮੀਂਹ ਪੈ ਰਿਹਾ ਸੀ, ਇੱਕ ਇੰਟਰਵਿਊ ਮੈਂ ਦਿਖਾਊਂਗਾ ਹੁਣੇ, ਬੀਜੇਪੀ ਦਾ ਲੀਡਰ ਮੈਂ ਦੇ ਕੇ ਗਿਆ ਇੰਟਰਵਿਊ, ਉਹ ਕਹਿੰਦਾ ਕਿ ਦੇਖੋ ਉੱਥੇ ਟੈਂਟ ਲੱਗਣਾ ਚਾਹੀਦਾ ਸੀ ਜਿਹੜਾ ਵਾਟਰਪ੍ਰੂਫ ਹੁੰਦਾ, ਉਹ ਨਹੀਂ ਲੱਗਿਆ, ਰੈਲੀ ਕੈਂਸਲ ਕਰ ਦੇਣੀ ਚਾਹੀਦੀ ਸੀ ਮੌਸਮ ਦੇ ਫੋਰਕਾਸਟ ਨੂੰ ਦੇਖਦੇ ਹੋਏ। ਉਹ ਬੜੀਆਂ ਗੱਲਾਂ ਕਹਿ ਕੇ ਗਏ ਨੇ, ਉਹ ਇੰਟਰਵਿਊ ਸੁਣਿਓ ਤੁਸੀਂ, ਮੈਂ ਤੁਹਾਨੂੰ ਭੇਜੂਗਾ, ਐਡਿਟ ਹੋ ਰਹੀ ਹੈ। ਹੁਣ ਉਹ ਚੀਜ਼ ਕਿਹੜੀ ਗੱਲ ਹੈ ਕਿ ਕੁਰਸੀਆਂ ਦਾ ਆਪਾਂ ਗੱਲ ਕਰੀਏ ਕਿ ਮੀਂਹ ਦੇ ਮੌਸਮ, ਕਹਿੰਦਾ ਮੇਰੇ ਬੰਦੇ ਬੈਠੇ ਬੱਸਾਂ 'ਚ ਕਹੀ ਜਾਂਦੇ ਜੀ ਬਾਹਰ ਮੀਂਹ ਪਈ ਜਾਂਦਾ, ਅਸੀਂ ਨਹੀਂ ਆ ਸਕਦੇ। ਸੋ ਕਹਿਣ ਤੋਂ ਭਾਵੀ ਸਿੱਧੀ ਗੱਲ ਹੈ ਕਿ ਉਹ ਬੰਦੇ ਤਾਂ ਪਹਿਲੇ ਨਹੀਂ ਪਹੁੰਚ ਸਕਦੇ ਸੀ ਉੱਥੇ, ਤੇ ਜੇ ਆਪਾਂ ਇੱਕ ਗੱਲ ਕਹਿੰਦੇ ਵੀ ਦੇ ਦਿੰਦੇ ਖੁੱਲੀ ਛੁੱਟੀ, ਵੇਖ ਲੈਂਦੇ ਕਿੰਨੇ ਕੁ ਆ ਜਾਂਦੇ। ਨਹੀਂ, ਇਹਦੇ 'ਚ ਨਰਿੰਦਰ ਮੋਦੀ ਦੀ ਮਦਦ ਕਰਤੀ, ਰੋਕ ਕੇ ਮਦਦ ਕਰਤੀ। ਉਹੀ ਗੱਲ ਮੈਂ, ਉਹ ਬੰਦਾ ਲੂਜ਼ਰ ਸੀ। ਨਰਿੰਦਰ ਮੋਦੀ ਦੀ ਪਾਰਟੀ ਨੇ ਪੂਰਾ ਜ਼ੋਰ ਲਾਇਆ, ਇਕੱਠ ਹੋਇਆ ਨਹੀਂ। ਜੇ ਨਰਿੰਦਰ ਮੋਦੀ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦਾ, ਨਰਿੰਦਰ ਮੋਦੀ ਦੀ ਤੋਂ ਸਾਰੀ ਦੁਨੀਆ ਕਿ ਜੀ ਲੋਕ ਇਕੱਠੇ ਨਹੀਂ ਹੋਏ। ਹੁਣ ਜਦੋਂ ਉਹਦੇ ਰਾਹ 'ਚ ਡਿੱਕਾ ਪੈ ਗਿਆ, ਵਾਪਸ ਚਲਾ ਗਿਆ, ਉਹ ਇੱਕ ਵਿਕਟਮ ਬਣ ਗਿਆ।
ਬਿਲਕੁਲ ਸਹੀ ਗੱਲ ਹੈ, ਵਿਕਟਮ ਬਣ ਗਿਆ, ਪੰਜਾਬ ਵੀ ਵਿਕਟਮ ਬਣਾਤਾ। ਉਹ ਵਿਕਟਮ ਬਣ ਗਿਆ, ਪੰਜਾਬ ਵੀ ਵਿਕਟਮ ਬਣ ਗਿਆ। ਹੁਣ ਉਹ ਚ ਲਾਹਾ ਕੀ ਹੋ, ਬਾਕੀ ਗੱਲਾਂ ਛੱਡ ਦਿਓ। ਇਹਦੇ ਨਾਲ ਜਾਨੇ ਸਭ ਯਾਦ ਕਰੋ ਟਾਈਮ ਇੰਦਰਾ ਗਾਂਧੀ ਮਰੀ, ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਦਾ ਸਹੁੰ ਚੁਕਾਤੀ ਗਿਆ ਨਹੀਂ ਜੈਲ ਸਿੰਘ ਨੂੰ। ਉਹ ਤੋਂ ਬਾਅਦ ਇਲੈਕਸ਼ਨ ਹੁੰਦੀ ਹੈ 1985 ਚ ਹੀ ਹੁੰਦੀ ਹੈ ਇਲੈਕਸ਼ਨ। 1985 ਵਾਲੀ ਜਿਹੜੀ ਇਲੈਕਸ਼ਨ ਹੁੰਦੀ ਹੈ, ਉਸ ਇਲੈਕਸ਼ਨ ਦੇ ਵਿੱਚ ਰਾਜੀਵ ਗਾਂਧੀ ਨੇ 400 ਤੋਂ ਉੱਪਰ ਸੀਟਾਂ ਜਿੱਤੀਆਂ ਸੀ ਬਿਲਕੁਲ, ਜਿਹੜੀਆਂ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਜ ਤੱਕ ਕੋਈ ਨਹੀਂ ਜਿੱਤ ਸਕੇ। ਉਹ ਕਿਉਂ ਜਿੱਤੀਆਂ ਸੀ? ਕਿਉਂਕਿ ਇੰਦਰਾ ਗਾਂਧੀ ਮਾਰੀ ਗਈ, 2 ਅੰਗ ਰੱਖੇ ਕਹਿੰਦੇ, ਤੇ ਇਹ ਹੋ ਗਿਆ ਕਿ ਸਰਦਾਰਾਂ ਨੇ ਮਾਰਤੀ ਤੇ ਸਾਰੇ ਭਾਰਤ ਦਾ ਹਿੰਦੂ ਇਕੱਠਾ ਹੋ ਕੇ ਉਹਨਾਂ ਦੇ ਹੱਕ ਚ ਆ ਗਿਆ। ਇਹੀ ਇਹ ਕਰਨਾ ਚਾਹੁੰਦੇ, ਇਹੀ ਸਥਿਤੀ ਹੁਣ ਤੁਸੀਂ ਦੇਖੋ ਇਸ ਵੇਲੇ ਦੀ। ਜੇ ਅਸੀਂ ਦੇਖੀਏ, ਜੋ ਸਾਡੇ ਕੋਲ ਰਿਪੋਰਟਾਂ ਆ ਰਹੀਆਂ, ਆਪਾਂ ਅਖਬਾਰ ਪੜ੍ਹਦੇ ਹਾਂ, ਟੈਲੀਵਿਜ਼ਨ ਰੇਡੀਓਜ਼ ਦੇ ਨਾਲ ਜੁੜੇ ਹੋਏ ਆ, ਸਾਡੇ ਲਿੰਕ ਵੀ ਹੈਗੇ ਹੈ। ਯੂਪੀ ਦੇ ਵਿੱਚੋਂ ਇਹ ਖਬਰ ਆ ਰਹੀ ਸੀ ਕਿ ਯੂਪੀ ਦੇ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ ਭਾਰਤੀ ਜਨਤਾ ਪਾਰਟੀ। ਲਓ ਜੀ, ਇਸ ਇਨਸੀਡੈਂਟ ਦੇ ਨਾਲ ਭਾਰਤੀ ਜਨਤਾ ਪਾਰਟੀ ਉੱਥੇ ਜਿੱਤ ਪ੍ਰਾਪਤ ਕਰੂਗੀ। ਕਿੱਡੀ ਵੱਡੀ ਮਦਦ ਕਰਤੀ ਜਿਨ੍ਹਾਂ ਬੰਦਿਆਂ ਨੇ ਇਹ ਗੜਬੜ ਕੀਤੀ ਹੈ। ਪਰ ਸੀ ਕੌਣ ਇਹ ਬੰਦੇ? ਇਹ ਸੀ, ਮੈਨੂੰ ਤਾਂ ਏਜੰਸੀਆਂ ਵਾਲੀ ਗੱਲ ਲੱਗਦੀ। ਹੁਣ ਜਿਹੜੀ ਗੱਲ ਉਹੀ ਹੈ ਨਾ, ਕਿਸਾਨ ਜਥੇਬੰਦੀਆਂ ਦਾ ਹੈ ਹੀ ਨਹੀਂ ਉੱਥੇ, ਇੱਕੇ ਦਮ ਰੂਟ ਦੇ ਉੱਤੇ ਬੰਦੇ ਆਉਂਦੇ ਆ। ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਗੱਲ ਕੀਤੀ ਹੈ ਕਿ ਅਸਲ ਦੇ ਵਿੱਚ ਇਹਦਾ ਝੰਡਾ ਪ੍ਰਚੰਡ ਵੀ ਉਹਨਾਂ ਨੇ ਕੀਤਾ, ਜਿਹੜੇ ਬੰਦੇ ਸਿੰਘੂ ਬਾਰਡਰ ਦੇ ਉੱਤੇ ਸਭ ਤੋਂ ਅੱਗੇ ਬੈਠੇ ਸੀ, ਉਹ ਵੀ ਆ ਰਹੇ ਨੇ। ਗੱਲ ਇਹ ਕਿ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਸਭ ਤੋਂ ਅੱਗੇ ਬੈਠੇ ਸੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਨੇ ਰਾਤ ਨੂੰ ਮਤਲਬ ਜਿਹੜਾ ਆਪਣਾ ਥੋੜਾ ਇੱਥੇ ਇਹਨਾਂ ਨੇ ਪ੍ਰੋਟੈਸਟ ਕੀਤਾ, ਉਹਨਾਂ ਨੇ ਮੋਟਰਾਂ ਵਗੈਰਾ ਰੋਕਣ ਦੀ ਗੱਲ ਕੀਤੀ। ਚੰਨੀ ਸਾਹਿਬ ਕਹਿੰਦੇ ਵੀ ਅਸੀਂ ਉਹਨਾਂ ਨੂੰ ਇੱਕ ਅਸ਼ੋਰੈਂਸ ਦਿੱਤੀ ਸੀ ਕਿ 15 ਮਾਰਚ ਨੂੰ ਤੁਹਾਡੀ ਅਸੀਂ ਗੱਲ ਕਰਵਾ ਦਿਆਂਗੇ ਪ੍ਰਧਾਨ ਮੰਤਰੀ ਨਾਲ, ਤੇ ਉਹਨਾਂ ਨੇ ਚੱਕ ਲਿਆ ਸੀ ਸਾਰਾ। ਪਰ ਹਰੀ ਕੇ ਪੱਤਨ ਦੇ ਉੱਤੇ ਜਿਹੜੀਆਂ ਬੱਸਾਂ ਰੋਕੀਆਂ ਗਈਆਂ, ਉਹ ਕਿਹਨੇ ਰੋਕੀਆਂ? ਇਹ ਜਿਹੜੀ ਇੱਥੇ ਜਿੱਥੇ ਗੜਬੜ ਪਿਆਰਿਆਣੇ ਹੋਇਆ, ਕਿਹਨੇ ਕੀਤਾ? ਇਹ ਪਿਆਰਿਆਣੇ ਵਾਲੀ ਜਿਹੜੀ ਗੱਲ ਹੈਗੀ, ਇਹ ਕਿਸਾਨ ਜਥੇਬੰਦੀ ਹੈ। ਇਹ ਨਹੀਂ ਆਪਾਂ ਕਹਿ ਸਕਦੇ ਕੋਈ ਹੋਰ, ਕਿਸਾਨ ਜਥੇਬੰਦੀ ਹੈ। ਲੇਕਿਨ ਉਹ ਕਿਸਾਨ ਜਥੇਬੰਦੀ ਉਹਦਾ ਆਧਾਰ ਐਡਾ ਮਜ਼ਬੂਤ ਨਹੀਂ ਹੈ ਕਿ ਉਹ ਸਾਰੇ ਪੰਜਾਬ ਚ ਉਹ ਲੱਖੋ ਉਗਰਾਹਾਂ ਵਾਲੇ ਨਹੀਂ, ਉਹ ਜੇ ਆਪਾਂ ਕਹਿ ਦਈਏ ਤੁਹਾਡੇ ਸਿੱਧੂਪੁਰ ਵਾਲੇ ਵੀ ਨਹੀਂ। ਉਹਨਾਂ ਦੀ ਅਗਵਾਈ ਕੌਣ ਹੈ ਕਰਨ ਵਾਲੇ? ਉਹ ਤਾਂ ਅਗਵਾਈ ਕਰਨ ਵਾਲੇ ਤੁਸੀਂ ਅੱਜ ਅਖਬਾਰਾਂ 'ਚ ਪੜ੍ਹ ਲਓ, ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਲੱਗੇ ਵੀ ਸੁਰਜੀਤ ਸਿੰਘ ਫੂਲ ਹੋਣੀ ਕਹਿੰਦੇ ਕਿ ਜੀ ਸਾਡੇ ਬੰਦੇ ਸੀ। ਮੈਂ ਹੁਣੇ ਇੱਕ ਇੰਟਰਵਿਊ ਸੁਣ ਕੇ ਹਟੇ, ਸੁਰਜੀਤ ਸਿੰਘ ਫੂਲ ਇੱਕ ਇੰਟਰਵਿਊ ਦੇ ਵਿੱਚ ਕਹਿ ਰਿਹਾ ਕਿ ਸਾਨੂੰ ਐਸਐਸਪੀ ਨੇ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਦਾ ਰੂਟ ਇੱਥੋਂ ਦੀ ਹੈ, ਤੇ ਅਸੀਂ ਐਸਐਸਪੀ ਨੂੰ ਕਹਿ ਰਹੇ ਸੀ ਵੀ ਐਡਾ ਛੋਟਾ ਰੂਟ ਆ, ਜਿਹੜਾ ਐਡੀ ਛੋਟੀ ਸੜਕ ਉੱਤੋਂ ਦੀ ਪ੍ਰਧਾਨ ਮੰਤਰੀ ਜਾਊਗਾ ਕਿਵੇਂ? ਕਹਿੰਦੇ ਅਸੀਂ ਕਿਹਾ ਸੀ ਤੁਹਾਡੀ ਪ੍ਰਧਾਨ ਮੰਤਰੀ ਸਾਹਿਬ, ਤੁਹਾਡੀ ਇੰਨੀ ਸਰਵਿਸ ਹੋ ਗਈ, ਆਪਣਾ ਐਸਐਸਪੀ ਸਾਹਿਬ ਤੁਹਾਡੀ ਇੰਨੀ ਸਰਵਿਸ ਹੋ ਗਈ, ਪ੍ਰਧਾਨ ਮੰਤਰੀ ਇੱਥੋਂ ਦੀ ਕਿਵੇਂ ਟੱਪੂਗਾ? ਜੇ ਟੱਪ ਰਿਹਾ, ਕਿਹੜੀਆਂ ਪਾਵਰਾਂ ਕਿੱਥੇ ਕਿਵੇਂ ਉਹਨਾਂ ਨੇ ਕੰਮ ਕੀਤਾ? ਸ਼ਾਇਦ ਮੇਰੇ ਖਿਆਲ ਪੰਜਾਬ ਸਰਕਾਰ ਵਾਲੇ ਇਹ ਸੋਚਦੇ ਹੁਣ ਵੀ ਸਾਡੀ ਬੱਲੇ ਬੱਲੇ ਹੋ ਜੂਗੀ, ਵੀ ਤੋਏ ਹੋ ਗਈ। ਪੰਜਾਬ ਦੇ ਵਿੱਚ ਤੁਹਾਡੀ ਜ਼ਰੂਰ ਬੱਲੇ ਬੱਲੇ ਹੋ ਸਕਦੀ ਹੈ, ਪਰ ਦੇਸ਼ ਦੇ ਵਿੱਚ ਨੁਕਸਾਨ ਦੇਸ਼ ਦੇ ਵਿੱਚ ਤੁਸੀਂ ਮਤਲਬ ਪ੍ਰਿੰਕਾ ਗਾਂਧੀ ਨੂੰ ਤਾਂ ਜਿਤਾਤਾ, ਜਿਹਨੂੰ ਇੰਚਾਰਜ ਲਾਇਆ ਉੱਥੋਂ ਦੀ, ਉਹਨੂੰ ਤਾਂ ਮਤਲਬ ਉਹਨਾਂ ਦੇ ਤਾਂ ਹੱਕ 'ਚ ਗਈ ਸਾਰੀ ਗੱਲ। ਔਰ ਜਿਵੇਂ ਤੇਜ਼ੀ ਨਾਲ ਘਟਨਾਕ੍ਰਮ ਵਾਪਰ ਰਿਹਾ, ਨਾਲ ਦੀ ਨਾਲ ਹੀ ਜਿਹੜਾ ਹੈਗਾ ਤੁਹਾਡਾ ਅਮਿਤ ਸ਼ਾਹ ਜਿਹੜਾ ਹੈਗਾ 24 ਘੰਟਿਆਂ 'ਚ ਰਿਪੋਰਟ ਮੰਗ ਰਿਹਾ, 24 ਘੰਟਿਆਂ 'ਚ ਰਿਪੋਰਟ ਮੰਗ ਰਿਹਾ। ਗਵਰਨਰ ਜਿਹੜਾ ਰਾਸ਼ਟਰਪਤੀ ਸਾਹਿਬ ਬੁਲਾ ਰਹੇ ਆ ਪ੍ਰਧਾਨ ਮੰਤਰੀ ਨੂੰ, ਅੱਜ ਮੁਲਾਕਾਤ ਵੀ ਉਹਨਾਂ ਦੀ ਹੋ ਗਈ, ਪ੍ਰਧਾਨ ਮੰਤਰੀ ਸਾਹਿਬ ਰਿਪੋਰਟ ਲੈਂਦੇ। ਔਰ ਇਹਦੇ ਨਾਲ ਤੁਸੀਂ ਦੇਖੋ, ਇਹਦੇ ਨਾਲ ਪੰਜਾਬ ਦੇ ਵਿੱਚੋਂ ਵੀ ਜੇ ਆਪਾਂ ਦੇਖੀਏ, ਭਗਵੰਤ ਮਾਨ ਨਰਿੰਦਰ ਮੋਦੀ ਦਾ ਵਿਰੋਧੀ ਹੈ, ਲੇਕਿਨ ਭਗਵੰਤ ਮਾਨ ਨੇ ਵੀ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਚਲੋ, ਸੁਖਬੀਰ ਸਿੰਘ ਬਾਦਲ ਪੁਰਾਣੀਆਂ ਸਾਂਝਾਂ ਹੈ। ਕੀ ਫਿਰ ਫੂਲ ਹੋਰੀ ਏਡੇ ਸਿਆਣੇ ਨਹੀਂ ਸੀ? ਉਹਨਾਂ ਨੂੰ ਵੀ ਪਤਾ ਪੰਜਾਬ ਦਾ ਨੁਕਸਾਨ ਕਰ ਰਹੇ ਤੁਸੀਂ। ਮੈਨੂੰ ਹੁਣ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਵੀ ਉਹਨਾਂ ਦੀ ਮਨਸ਼ਾ ਕੀ ਹੈ। ਹਾਲਾਂਕਿ ਸੁਰਜੀਤ ਸਿੰਘ ਫੂਲ ਨਾਲ ਮੇਰੇ ਵਧੀਆ ਤਾਲੁਕਾਤ ਆ, ਸਿਆਣਾ ਬੰਦਾ ਹੈ, ਸਾਰੀ ਗੱਲਬਾਤ ਹੈ, ਪਰ ਗੱਲ ਇਹ ਨਹੀਂ ਉਹਨਾਂ ਦੀ ਬਣੀ ਕਿਵੇਂ। ਹੁਣ ਇਹ ਵੀ ਗੱਲ ਆ ਰਹੀ ਹੈ ਕਿ ਉਹ ਅਸਲ ਦੇ ਵਿੱਚ ਤਾਂ ਜਾ ਰਹੇ ਸੀਗੇ, ਹੁਣ ਕਰਵਾਈ ਕਿਵੇਂ ਗਈ ਹੈ, ਇਹ ਗੱਲ ਵੀ ਦੇਖਣ ਵਾਲੀ ਗੱਲ। ਬੀਜੇਪੀ ਦੇ ਬੰਦੇ ਹੀ ਪਹੁੰਚ ਗਏ। ਬੀਜੇਪੀ ਦੇ ਪਹੁੰਚਣ ਵਾਲੀ ਗੱਲ ਕੀ ਹੈ ਕਿ ਉਹ ਬੰਦੇ ਕਹਿੰਦੇ ਪਹਿਲਾਂ ਜਿਹੜਾ ਜਿਵੇਂ ਫੈਸਲਾ ਕੀਤਾ ਸੀ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਤੱਕ ਜਾ ਕੇ ਘਰਾਓ ਕਰੋ, ਪ੍ਰੋਟੈਸਟ ਕਰੋ, ਪੁਤਲੇ ਸਾੜੋ, ਉਧਰ ਨੂੰ ਜਾਂਦੇ ਸੀ, ਉਧਰੋਂ ਮੋੜੇ ਗਏ ਵੀ ਤੁਸੀਂ ਵਾਪਸ ਚਲੇ ਜਾਓ, ਤੇ ਉਧਰੋਂ ਗੱਲ ਆ ਗਈ ਜੀ ਇੱਥੋਂ ਦੀ ਪ੍ਰਧਾਨ ਮੰਤਰੀ ਨੇ ਟੱਪਣੇ, ਉਹ ਬੰਦੇ ਉੱਥੇ ਬੈਠ ਗਏ। ਹੁਣ ਇਨਫੋਰਮੇਸ਼ਨ ਕਿੱਥੋਂ ਲੀਕ ਹੁੰਦੀ ਹੈ? ਜੇ ਸੁਰਜੀਤ ਸਿੰਘ ਫੂਲ ਐਸਐਸਪੀ ਦਾ ਨਾਂ ਲਈ ਜਾਂਦਾ ਇਹ ਤਾਂ ਜਾਂਚ ਦਾ ਵਿਸ਼ਾ, ਇਹ ਬਹੁਤ ਵੱਡੀ ਜਾਂਚ ਦਾ ਵਿਸ਼ਾ। ਐਸਐਸਪੀ ਦਾ ਨਾਂ ਲਈ, ਮੇਰੇ ਕੋਲ ਤਾਂ ਇਨਫੋਰਮੇਸ਼ਨ ਹੋਰ ਬੜੀ ਹੈਗੀ ਹੈ ਜੀ। ਕਹਿੰਦੇ ਜੀ ਉੱਥੇ ਇੱਕ ਰਹਿਸਰ ਹੋਈ ਕੁਝ ਦਿਨ ਪਹਿਲਾਂ ਜੀ, ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਪੰਜਾਬ ਪੁਲਿਸ ਨੇ, ਕਿਉਂਕਿ ਰੂਟ ਦਾ ਪ੍ਰਬੰਧ ਪੰਜਾਬ ਪੁਲਿਸ ਕੋਲ ਹੁੰਦਾ, ਕਿਸੇ ਵੀ ਸਟੇਟ ਦੇ ਵਿੱਚ ਪ੍ਰਧਾਨ ਮੰਤਰੀ ਨੇ ਜਾਣਾ, ਪ੍ਰਧਾਨ ਮੰਤਰੀ ਦੀ ਜੇ ਆਪਾਂ ਸੁਰੱਖਿਆ ਦੇਖੀਏ ਕੀ ਹੁੰਦੀ ਹੈ, ਜਿੱਥੇ ਆ ਕੇ ਪ੍ਰਧਾਨ ਮੰਤਰੀ ਨੇ ਐਡਰੈਸ ਕਰਨਾ ਹੈ, ਜਿਹੜੀ ਉਹਦਾ ਪੰਡਾਲ ਹੈ,
ਜਿੱਥੇ ਉਹਨਾਂ ਨੇ ਸਟੇਜ ਤੇ ਬੋਲਣਾ ਉੱਥੇ ਕੋਈ ਨਹੀਂ ਆਲੇ ਦੁਆਲੇ ਹੋਊਗਾ, ਸਪੈਸ਼ਲ ਪ੍ਰੋਟੈਕਸ਼ਨ ਉਹੀ ਗਰੁੱਪ ਹੋਣਗੇ। ਇੱਥੋਂ ਤੱਕ ਸਭ ਅਸਲੇ ਬਾਹਰ ਹੋਣਗੇ। ਅਸਲੇ ਕਿਹੜੇ ਜੀ? ਉੱਥੇ ਤੁਸੀਂ ਦੇਖੋ ਕਿ ਜੇ ਕਾਂਗਰਸ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਦਾ ਨਾਂ ਹੈ ਨਹੀਂ ਨਾ ਵੀ ਉਹਨੇ ਉਸ ਮੰਚ ਦੇ ਉੱਤੇ ਨਹੀਂ ਚੜ੍ਹ ਨਹੀਂ ਸਕਦਾ, ਕਾਰਡ ਬਣਿਆ ਉੱਥੇ ਮਤਲਬ ਜਿਹੜੇ ਬੰਦਿਆਂ ਦਾ ਨਾਂ ਜਿਨ੍ਹਾਂ ਦਾ ਆਇਆ ਵਾ ਉਹਨਾਂ ਨੂੰ ਵੀ ਉਹ ਜਾ ਕੇ ਬਿਠਾਉਣਗੇ, 2-3 ਜਿਹੜੀਆਂ 4 ਜਾਂ ਪਹਿਲਾਂ ਬੁਲਾ ਕੇ ਸਟੇਜ ਖਾਲੀ ਕਰਾ ਦਿੰਦੇ, ਸਾਰਾ ਕੁਝ ਖਾਲੀ ਕਰਾ ਦਿੰਦੇ। ਪੁਲਿਸ ਜਿਹੜੀ ਹੈਗੀ ਹੈ ਸਾਡੀ, ਜਿਹੜੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆ ਗਿਆ ਜਿਹਨੇ ਪ੍ਰਧਾਨ ਮੰਤਰੀ ਦੀ ਸਰੀਰਕ ਰਾਖੀ ਕਰਨੀ, ਉਹਦੇ ਉੱਤੇ ਪੈਰਾਮਿਲਟਰੀ ਫੋਰਸਿਸ ਵਾਲੀਆਂ ਆ ਗਈ, ਜਿਹੜੀ ਉਹ ਤੋਂ ਉੱਤੇ ਫਿਰ ਸਟੇਟ ਦੀ ਪੁਲਿਸ ਆ ਗਈ। ਜਿਹੜਾ ਰੂਟ ਹੈ, ਰੂਟ ਦੀ ਜਿਹੜੀ ਜ਼ਿੰਮੇਵਾਰੀ ਹੈ ਸਟੇਟ ਦੀ ਪੁਲਿਸ ਦੀ ਹੈ ਜੀ, ਠੀਕ ਹੈ ਨਾ। ਉਹ ਹੁਣ ਸਟੇਟ ਦੀ ਪੁਲਿਸ ਦੀ ਜ਼ਿੰਮੇਵਾਰੀ ਹੈ। ਸਟੇਟ ਦੀ ਪੁਲਿਸ ਨੇ ਰੂਟ ਲਾਇਆ। ਪ੍ਰੋਟੋਕੋਲ ਕੀ ਕਹਿੰਦਾ? ਪ੍ਰੋਟੋਕੋਲ ਇਹ ਗੱਲ ਕਹਿੰਦਾ ਹੈ ਕਿ ਜੇ ਪ੍ਰਧਾਨ ਮੰਤਰੀ ਨੇ ਜਾਣਾ ਹੈ ਤੇ ਪ੍ਰਧਾਨ ਮੰਤਰੀ ਦੇ ਲਈ ਜਿਹੜੇ ਬਦਲਵੇਂ ਆ 2 ਰੂਟ ਹੋਣੇ ਚਾਹੀਦੇ ਮੈਨੂੰ, ਜਿਹੜੀ ਇੱਕ ਤਾਂ 에ਅਰ ਹੋਗਾ, 2 ਉਹਨਾਂ ਦੇ ਦੂਜੇ ਹੋਣਗੇ, ਇੱਕ ਦੇ ਤੇ ਉਹ ਜਾਣਗੇ। ਅਚਨਚੇਤ ਤੋਂ ਕੋਈ ਨਾ ਕੋਈ ਪ੍ਰੋਬਲਮ ਪੈ ਗਈ ਤੇ ਉਹਨਾਂ ਨਾਲ ਦੀ ਨਾਲ ਕਹਿੰਦੇ ਜੀ ਦੂਜੇ ਤੇ ਦੂਜੇ ਹਰੇਕ ਥਾਂ ਤੋਂ ਡਾਇਵਰਸ਼ਨ ਦਿੱਤੀ ਹੁੰਦੀ ਹੈ। ਮੂਰੇ 2 ਪਾਇਲਟ ਗੱਡੀਆਂ ਹੁੰਦੀਆਂ, ਪਾਇਲਟ 1 ਐਂਡ ਪਾਇਲਟ 2। ਪਾਇਲਟ 1 ਤੇ ਪਾਇਲਟ 2 ਸਟੇਟ ਦੀਆਂ ਹੁੰਦੀਆਂ। ਉਹਨਾਂ ਨੇ ਰਾਹ ਦਿਖਾਉਣਾ, ਉਹਨਾਂ ਨੂੰ ਐਸਪੀਜੀ ਵਾਲਿਆਂ ਨੂੰ ਕੀ ਪਤਾ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਇੱਕ AI ਦੀ ਰੈਂਕ ਦਾ ਆਫੀਸਰ ਆ ਗਿਆ, ਉਹਨੇ ਰਿਹਰਸਲ ਕਰਨੀ ਹੈ ਫਿਰੋਜ਼ਪੁਰ। ਕਹਿੰਦੇ ਜੀ SSP ਫਿਰੋਜ਼ਪੁਰ ਨੂੰ ਫੋਨ ਕੀਤਾ ਵੀ ਸਰ ਆ ਜਾਓ ਤੁਸੀਂ ਵੀ ਆਪਾਂ ਦੇਖ ਲਈਏ। ਕਹਿੰਦਾ ਯਾਰ ਮੈਨੂੰ ਕੰਮ ਆ, ਤੁਸੀਂ ਮੇਰੇ ਕੋਲੇ ਆ ਜਾਓ। ਰਿਹਰਸਲ ਕਰਨੀ ਹੈ, ਜਿਹੜੇ ਸਾਰੀ ਚੀਜ਼ ਨੂੰ ਕਮਾਂਡ ਕਰਨੀ ਹੈ। ਜੇ ਉਹ ਬੰਦਾ ਰਿਹਰਸਲ 'ਚ ਨਹੀਂ ਉਹਦਾ ਕੀ ਕਰੋਗੇ? ਅਗਲੀ ਗੱਲ ਹੋਰ ਲੈ ਲਓ। ਕਹਿੰਦੇ ਜੀ ਇੱਥੇ ਇੱਕ ਗੱਡੀ ਮੰਗਵਾਈ ਗਈ, ਚੰਡੀਗੜ੍ਹੋਂ ਗੱਡੀਆਂ ਮੰਗਵਾਈਆਂ ਸੀ ਪ੍ਰਧਾਨ ਮੰਤਰੀ ਵਾਸਤੇ। ਰਿਹਰਸਲ ਦੇ ਵਿੱਚੋਂ ਗੱਡੀ ਲੈ ਲਈ, ਇੱਕ ਗੱਡੀ ਦਾ ਸ਼ੌਕਰ ਟੁੱਟ ਗਿਆ ਰਿਹਰਸਲ ਦੇ ਦੌਰਾਨ ਹੀ। ਔਰ ਜਿਹੜੀ ਗੱਡੀ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕੱਲ ਸਵੇਰੇ ਲੈ ਕੇ ਗਏ ਹੈ, ਕਾਲੇ ਰੰਗ ਦੀ ਗੱਡੀ ਹੈ, ਸਭ ਤੋਂ ਅਲੱਗ ਗੱਡੀ ਹੈ, ਸਵੇਰੇ 6 ਵਜੇ ਆਈ ਹੈ ਉਹ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇੰਨੀਆਂ ਕਮੀਆਂ ਪੇਸ਼ੀਆਂ ਰਹਿੰਦੀਆਂ, ਜਿਹੜੀਆਂ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਇਹ ਤਾਂ ਹੁਣ ਸਮਝ ਤੋਂ ਬਾਹਰ ਵੀ ਕਿਵੇਂ ਕੀ ਕੁਛ ਹੋ ਰਿਹਾ ਸਾਰਾ ਕੁਛ। ਇੰਨਾ ਤੁਸੀਂ ਰਲ ਗੱਡ ਕਰਕੇ ਮਤਲਬ ਇੰਨਾ ਉਹਨੂੰ ਕੈਜੂਅਲੀ ਲਿਆ। ਪੰਜਾਬ ਬਾਰਡਰ ਸਟੇਟ ਹੈ, ਪੰਜਾਬ ਦੇ ਵਿੱਚ ਡਰੋਨਾਂ ਦੀ ਗੱਲ ਰੋਜ਼ ਹੁੰਦੀ ਹੈ। ਪੰਜਾਬ ਦੇ ਵਿੱਚ ਜਿੱਥੇ ਇਹ ਘਟਨਾ ਵਾਪਰਦੀ ਹੈ ਉਹਦੇ ਨਾਲ ਹੀ ਹੈ। ਪਰ ਤੁਹਾਡਾ ਫਾਜ਼ਿਲਕਾ ਆ ਗਿਆ ਨਾਲੇ ਹੁਣ ਨਵਾਂ ਕਈ ਬੰਦੇ ਕਹੀ ਜਾਂਦੇ ਜੀ ਦੇਖੋ ਮੋਦੀ ਪੰਜਾਬ ਨੂੰ ਨਿੰਦੀ ਜਾਂਦਾ, ਕਹਿੰਦੇ 50 ਕਿਲੋਮੀਟਰ ਤੱਕ ਤਾਂ ਉਹਨੇ ਸੁਰੱਖਿਆ ਦੇ ਆਪਦੇ ਕੇਂਦਰੀ ਏਜੰਸੀਆਂ ਕੋਲ ਰਹੇ ਵੀ ਉਹਨਾਂ ਨੇ ਕਾਹਦੇ ਵਾਸਤੇ ਦਿੱਤੀ ਹੈ ਉਹ? ਉਹਨਾਂ ਦੇ ਕੋਲ BSF ਦਾ ਥੋੜਾ BSF ਦੇ ਕੋਲ ਕੇਸ ਰਜਿਸਟਰ ਕਰਨ ਦੀ ਤਾਂ ਪਾਵਰ ਹੈ ਨਹੀਂ। ਉਹਨਾਂ ਦੇ ਕੋਲੇ ਕਿਸੇ ਦੇ ਵਾਰੰਟ ਲੈ ਕੇ ਨਹੀਂ ਕਰਨੀ, ਉਹ ਸਿਰਫ ਤੇ ਸਿਰਫ ਤਲਾਸ਼ੀ ਕਰ ਸਕਦੇ ਜਾਂ ਪਿੱਛੇ ਲੱਗ ਸਕਦੇ। ਜੇ BSF ਦੀ ਡਿਊਟੀ ਲਾਈ ਹੋਵੇ, ਜੇ BSF ਨੂੰ ਪੰਜਾਬ ਨੂੰ BSF ਦੇ ਹਵਾਲੇ ਕੀਤਾ ਵੀ ਆਪਾਂ ਹੁੰਦਾ ਦੇਖਿਆ। ਜਦੋਂ CRPF ਤੇ BSF ਵਾਲੇ ਹੁੰਦੇ ਸੀਗੇ ਵੀ ਕਰਫਿਊ ਲੱਗ ਗਿਆ ਤੇ ਲੋਕ ਆਪਣੇ ਜੰਗਲ ਪਾਣੀ ਬੈਠੇ ਹੁੰਦੇ, ਵਿਚਾਲੇ ਭੱਜਦੇ ਹੁੰਦੇ ਸੀ। ਬਸ ਇਹ ਉਹ ਵੇਖਿਆ ਨਹੀਂ ਨਾ। ਫਿਰ ਹੁਣ ਮੇਰੇ ਵਰਗੇ ਜਿਹੜੇ ਵਿਦਵਾਨ ਬਣੇ ਪਏ ਫੇਸਬੁੱਕ ਵਾਲੇ, ਉਹਦੇ ਤੇ ਲਿਖੀ ਜਾਂਦੇ ਵੀ BSF ਨੂੰ ਗੱਲ ਹੈ ਨਾ। ਹੁਣ ਫੇਸਬੁੱਕ ਤੇ ਵੀ ਜਿਹਦਾ ਜੀ ਕਰਦਾ, ਹੁਣ ਮੇਰੇ ਨਾਲ ਬੈਸੀ ਜਾਂਦਾ ਕਿ ਬਲੂ ਤੈਨੂੰ ਕੀ ਪਤਾ ਫਲਾਨਾ ਬਲੂ ਬੁੱਕ ਕੀ ਆ, ਫਲਾਨਾ ਤੂੰ ਪੜ੍ਹ, ਤੂੰ SPG ਦਾ ਫਲਾਨਾ। ਆਪਣੇ ਦੇਖੋ YouTube ਦੇ ਉੱਤੇ ਬਹੁਤ ਭੱਦੇ ਕਮੈਂਟ ਕੀਤੇ ਹੋਏ ਆ। ਮੈਂ ਕੋਈ ਨਹੀਂ, ਚੱਲ ਪਾਈ ਚੱਲੋ ਤੁਸੀਂ। ਹੁਣ ਜਿਹਨੂੰ ਆਏ ਨਹੀਂ ਪਤਾ ਜਿਵੇਂ ਵੀ ਬਦਲਵਾਂ ਰੂਟ ਕੀ ਹੁੰਦਾ, ਸੇਫ ਹਾਊਸ ਕੀ ਹੁੰਦਾ, ਗੱਡੀ ਵੀ ਨਾਲ ਇੱਕ ਚੱਲਦੀ ਹੈ ਉੱਤੇ, ਜਿੱਥੇ ਹੈਲੀਕਾਪਟਰ ਨਹੀਂ ਆਉਣਾ, ਕਿੱਥੇ ਹਵਾਈ ਜਹਾਜ਼ ਤੇ ਸਫ਼ਰ ਕਰਨਾ, ਸਾਰਾ ਕੁਝ ਪਤਾ ਹੁੰਦਾ। ਦੇਖੋ ਜਿਹੜੀ ਮੈਂ ਹੁਣ ਇੱਕ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਰਿਪੋਰਟ ਹੈ ਕਿ ਕਿੱਥੇ ਲੈਪਸਿਸ ਰਹੀਆਂ। ਉਹਦੇ ਵਿੱਚ ਉਸ ਰਿਪੋਰਟਰ ਨੇ PM ਸਿਕਿਉਰਿਟੀ ਨਾਲ ਰਿਲੇਟਡ ਰਹੇ 4 ਬਹੁਤ ਵੱਡੇ ਅਫਸਰਾਂ ਨਾਲ ਗੱਲ ਕੀਤੀ, ਜਿਹੜੇ ਹੁਣ ਰਿਟਾਇਰ ਵਗੈਰਾ ਹੋ ਚੁੱਕੇ ਹੈ। ਉਹਦੇ ਵਿੱਚੋਂ ਦੱਸਦੇ ਉਹ ਕਹਿੰਦੇ ਵੀ ਜੇ ਟਾਵਰ ਹੈ, ਟਾਵਰ ਤੋਂ ਭਾਵ ਹੈ ਵੀ ਕਈ ਮੰਜ਼ਿਲਾ ਬਿਲਡਿੰਗ ਬਣ ਗਈ ਹੈ, ਉਹ ਹੈ, ਜਾਂ ਕੋਈ ਉੱਚੀ ਬਿਲਡਿੰਗ ਹੈ ਉਹ ਆ ਗਈ, ਤੇ ਉੱਥੇ ਜਿਹੜੀ ਹੈਗੀ ਹੈ ਉਹਨੂੰ ਕੀ ਕਹਾਂਗੇ ਆਪਾਂ, ਜਿਹੜੀ ਹੈਗੀ ਲਾਏ ਜਾਣਗੇ CRPF ਜਾਂ BSF ਤੇ ਕਮਾਂਡੋ ਲਾਏ ਜਾਣਗੇ, ਜਿਨ੍ਹਾਂ ਦੇ ਕੋਲੇ ਵੈਪਨ ਹੁੰਦੇ ਹੈ। ਉਹਨਾਂ ਨੇ ਤਾਹਾਂ ਤੋਂ ਦੇਖਣੇ ਕਿ ਕਿਤੇ ਪਾਸੇ ਤਾਂ ਨਹੀਂ ਕੋਈ ਕੁਛ ਕਰਦੇ ਕਰਾਉਂਦੇ। ਟੈਲੀਸਕੋਪ ਲੱਗੇ ਹੁੰਦੇ ਆ, ਸਾਰਾ ਕੁਛ ਕਰਨਾ ਹੁੰਦਾ, ਇੰਨੇ ਦਾ ਪ੍ਰਬੰਧ ਹੁੰਦੇ। ਤੇ ਇਹ ਸਾਰੀਆਂ ਚੀਜ਼ਾਂ ਆ ਹੀ ਰਹੀਆਂ। ਹੁਣ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਹਿੰਦੁਸਤਾਨ ਟਾਈਮਜ਼ ਵਾਲੇ ਨੇ ਬੜੀ ਡਿਟੇਲ ਲਾਈ ਹੈ। ਉਹਨਾਂ ਨੇ ਕਿਹਾ ਵੀ ਹਾਂ ਬਿਲਕੁਲ ਇਹ ਲੈਪਸਿਸ ਹੋਈ ਹੈ। ਔਰ ਇਹਦੇ 'ਚ ਤਾਂ ਤੁਸੀਂ ਹੋਰ ਦੇਖੋ ਕਿ ਖੁਦ ਮਤਲਬ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ, ਉਹ ਮੰਨ ਚੁੱਕੇ ਐਕਟਿਵ ਚੈਨਲ ਤੇ। ਭਾਰਤ ਆਰ ਕੋਈ ਹੈਗਾ, ਉਹਦੇ ਉੱਤੇ ਉਹਨਾਂ ਦੀ ਇੰਟਰਵਿਊ ਆ ਚੁੱਕੀ ਕਿ ਹਾਂ ਲੈਪਸ ਤਾਂ ਹੋਈ ਵੀ ਹੈ। ਲੇਕਿਨ ਕੱਲ੍ਹ ਜਦੋਂ ਕੈਬਨਿਟ ਦੀ ਮੀਟਿੰਗ ਹੋ ਗਈ, ਕੈਬਨਿਟ ਦੀ ਮੀਟਿੰਗ ਦੇ ਵਿੱਚ ਪਹਿਲਾਂ ਇਹ ਆ ਗਿਆ ਕਿ SSP ਸਸਪੈਂਡ ਕਰਤਾ, ਫਿਰ ਕਹਿੰਦੇ ਨਹੀਂ ਜੀ ਸਾਰੇ ਨਾਲ ਹੈ। ਹੁਣ ਕਹਿੰਦੇ ਜੀ ਅਸੀਂ ਇੱਕ 2 ਮੈਂਬਰੀ ਕਮੇਟੀ ਬਣਾਤੀ। 3 ਦਿਨਾਂ ਦੇ ਵਿੱਚ ਉਹ 2 ਦਿਨਾਂ ਦੇ 24 ਘੰਟੇ 'ਚ ਇਹਨਾਂ ਤੋਂ ਰਿਪੋਰਟ ਮੰਗੀ ਹੈ। 3 ਦਿਨਾਂ ਦੇ ਵਿੱਚ ਕਹਿੰਦੇ ਉਹ ਸਾਨੂੰ ਰਿਪੋਰਟ ਦੇਊਗੀ। ਜਸਟਿਸ ਰਿਟਾਇਰਡ ਮਹਿਤਾਬ ਸਿੰਘ ਗਿੱਲ ਤੇ ਅਨੁਰਾਗ ਵਰਮਾ ਉਹਨਾਂ ਦੇ ਆਧਾਰ ਤੋਂ ਕਮੇਟੀ ਬਣਾਈ ਵੀ ਹੈ। ਦੇਖਦੇ ਹਾਂ ਅੱਗੇ ਕਮੇਟੀ ਕੀ ਕੱਢਦੀ ਹੈ ਜੀ। ਹਾਂ ਬਿਲਕੁਲ, ਕਿਉਂਕਿ ਜਿਵੇਂ ਕਹਿ ਦਿੰਦੇ ਸੀ ਨਾ ਮੋਦੀ ਸਾਹਿਬ ਦੀ। ਇੱਕ ਗੱਲ ਜਿਹੜੀ ਮੈਂ ਕਹਿਣੀ ਚਾਹੂੰਗਾ ਉਹ ਇਹ ਹੈ
ਕਿ ਕਿਸਾਨ ਜਿਹੜੇ ਹੈਗੇ ਉਹ ਅੰਬੇ ਪਏ ਸੀ। ਹੂੰ ਉਹਨਾਂ ਨੇ ਆਪਣਾ ਜਿਹੜਾ ਹੈਗਾ ਗੁੱਬ ਗਵਾਟ ਕੱਢਣ ਵਾਲੀ ਗੱਲ ਕੀਤੀ ਹੈ, ਲੇਕਿਨ ਜੋ ਕੁਝ ਹੋਇਆ ਹੋਣਾ ਨਹੀਂ ਚਾਹੀਦਾ ਸੀ। ਹੋਣਾ ਨਹੀਂ ਸੀ ਚਾਹੀਦਾ। ਹੋਣਾ ਨਹੀਂ ਚਾਹੀਦਾ ਸੀ। ਇਹ ਜੇ ਆਪਾਂ ਗੱਲ ਕਹਿ ਦਈਏ ਕਿ ਕਿਸਾਨਾਂ ਦਾ ਕੋਈ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਹੈ, ਪਰ ਉਹ ਆਏ ਨਹੀਂ ਨਾ, ਉਹਨਾਂ ਨੇ ਰਾਹ ਥੋੜਾ ਰਾਹ ਰੋਕਣ ਵਾਲੀ ਗੱਲ ਨਹੀਂ ਉਹਨਾਂ ਨੇ ਕਿਸਾਨਾਂ ਨੇ ਕੀਤੀ, ਉਹਨਾਂ ਨੇ ਪ੍ਰੋਟੈਸਟ ਕੀਤੀ। ਪ੍ਰੋਟੈਸਟ ਜਿਹੜੀ ਆ ਰਾਹ ਰੋਕਣ ਵਾਲੀ ਗੱਲ ਕੀਤੀ ਹੈ, ਇਹ ਜ਼ਰੂਰ ਗੜਬੜ ਹੈ। ਇਹ ਗੜਬੜ ਹੈ ਇਹਦੇ ਚ, ਇਹਦੇ ਸ਼ੰਕੇ ਖੜੇ ਹੋਏ। ਇਹ ਸ਼ੰਕੇ ਕਿਉਂਕਿ ਦੇਖੋ ਗੱਲ ਕਲੀਅਰ ਹੈ, ਆਪਣੇ ਗੁਰਦਰਸ਼ਨ ਵੀ ਦੱਸ ਰਹੇ, ਕਹਿੰਦਾ ਜੀ ਮੋਗੇ ਵਾਲੀ ਸੜਕ ਤਾਂ ਜਮਾਂ ਕਲੀਅਰ ਸੀ, ਉੱਥੇ ਤਾਂ ਕਿਸਾਨ ਹੀ ਹੈ ਨਹੀਂ ਸੀ। ਨਹੀਂ ਇਹ ਵੀ ਅਸੀਂ ਹੁਣ ਜਿਹੜੇ ਪੱਤਰਕਾਰਾਂ ਨੇ ਦੇਖਿਆ, ਸਾਰਿਆਂ ਨੇ, ਮੈਂ ਬਹੁਤ ਸਾਰਿਆਂ ਬੰਦਿਆਂ ਨਾਲ ਗੱਲ ਕੀਤੀ ਹੈ, ਮੈਂ ਕੁਝ ਜਿਹੜੇ ਪੁਲਿਸ ਦੇ ਵਿੱਚ ਸੱਜਣ ਮਿੱਤਰ ਉਹਨਾਂ ਨਾਲ ਵੀ ਗੱਲ ਕੀਤੀ ਹੈ। ਬਠਿੰਡੇ ਤੋਂ ਲੈ ਕੇ ਫਰੀਦਕੋਟ ਤੱਕ ਬਿਲਕੁਲ ਰਸਤਾ ਕਲੀਅਰ ਸੀ। ਤਲਵੰਡੀ ਤੱਕ ਕਲੀਅਰ ਸੀ। ਅਗਾਂਹ ਜਿਹੜੀ ਹੈਗੀ ਫਰੀਦਕੋਟ ਤੋਂ ਲੈ ਕੇ ਤਲਵੰਡੀ ਤੱਕ ਕਲੀਅਰ ਸੀ। ਫਿਰੋਜ਼ਪੁਰ ਦੇ ਮਤਲਬ ਜਿੱਥੋਂ ਜਾ ਕੇ ਗੜਬੜ ਹੁੰਦੀ ਹੈ ਉੱਥੋਂ ਤੱਕ ਕਲੀਅਰ ਸੀ। ਉਦੋਂ ਗਾ ਨਹੀਂ ਕੀਤਾ। ਇਹ ਕਿਉਂ ਨਹੀਂ ਕੀਤਾ? ਇਹ ਨਾਲੇ ਦੇਖੋ, ਜੇ ਉਸੇ ਰਸਤੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਪਹੁੰਚ ਸਕਦੇ ਆ, ਉਸੇ ਰਸਤੇ ਰਾਹੀਂ ਦੂਜੇ ਲੀਡਰ ਪਹੁੰਚ ਸਕਦੇ, ਇਹ ਵੀ ਤਾਂ ਇੱਕ ਗੱਲ ਹੈ। ਸਾਰੇ ਲੀਡਰ ਹੀ ਉਸੇ ਰਸਤੇ ਗਏ, ਉਸੇ ਰਸਤੇ ਗਏ, ਹੋਰ ਦਾ ਰਸਤੇ ਹੀ ਨਹੀਂ ਸੀਗਾ ਲੀਡਰਾਂ ਦੇ। ਅਮਰਿੰਦਰ ਵੀ ਤਾਂ ਇੱਥੇ ਠਹਿਰੇ ਹੋਏ ਸੀ। ਹਾਂ, ਇਸੇ ਰਸਤੇ ਗਏ ਆ, ਕਿਉਂਕਿ ਰੂਟ ਹੀ ਇਹੀ ਦਿੱਤਾ ਗਿਆ ਸੀ। VVIPs ਨੂੰ, ਦੂਜੀਆਂ ਬੱਸਾਂ ਨੂੰ ਤਾਂ ਰੂਟ ਹੀ ਹੋਰ ਦਿੱਤੇ ਗਏ ਸੀ। ਜੇਕਰ ਤੁਸੀਂ ਇਹ ਹਿਸਾਬ ਲਾ ਲਓ ਵੀ 2 ਕਿਲੋਮੀਟਰ ਦੇ ਉੱਤੇ ਜਿੱਥੇ ਰੈਲੀ ਤੇ 50 ਕਿਲੋਮੀਟਰ 40 ਕਿਲੋਮੀਟਰ ਦਾ ਸਫ਼ਰ ਤੈਅ ਕਰਾ ਕੇ ਉੱਥੇ ਪੱਤਰਕਾਰਾਂ ਨੂੰ ਲਿਜਾਇਆ ਗਿਆ। ਹਾਂਜੀ। ਤੇ ਚੰਨੀ ਸਾਹਿਬ ਨੇ ਜਿਹੜੇ ਕਿਹਾ ਕਿ ਕੋਈ ਕੁਤਾਹੀ ਨਹੀਂ ਹੋਈ, ਵੀ 70,000 ਕੁਰਸੀਆਂ ਲੱਗੀਆਂ ਸੀ, ਇਹਨਾਂ ਨੇ ਤਾਂ ਜੀ ਕਹਿੰਦੇ 700 ਬੰਦਾ ਨਹੀਂ ਆਇਆ ਤਾਂ ਰੈਲੀ ਰੱਦ ਕਰਤੀ। ਇਹਦੇ 'ਚ ਜੇ 700 ਬੰਦਾ ਸੀ ਤਾਂ ਚੰਨੀ ਸਾਹਿਬ ਨੂੰ ਤਾਂ ਫਾਇਦਾ ਹੋਣਾ ਸੀ ਰਾਜਨੀਤਿਕ ਤੌਰ ਤੇ, ਵੀ ਕਰਵਾ ਵੀ ਉਹ ਰੈਲੀ ਹੁੰਦੀ। ਹਾਂ, ਪ੍ਰਧਾਨ ਮੰਤਰੀ ਬੋਲਦਾ, ਪ੍ਰਧਾਨ ਮੰਤਰੀ ਦੇ ਬੋਲਣ ਤੋਂ ਹੁਣ ਚੰਨੀ ਸਾਹਿਬ ਕਹਿੰਦੇ ਕੋਈ ਕੁਤਾਹੀ ਨਹੀਂ ਹੋਈ। ਚੰਨੀ ਸਾਹਿਬ ਦੀ ਕੈਬਨਿਟ ਦੇ ਮੰਤਰੀ ਹੈ ਜੀ ਰਾਣਾ ਗੁਰਜੀਤ ਸਿੰਘ। ਉਹ ਕਹਿੰਦੇ ਜੀ ਵੱਡੀ ਕੁਤਾਹੀ ਹੋਈ ਹੈ। ਔਰ ਉਹ ਬਲੇਮ ਕਿਹਨੂੰ ਕਰਦੇ ਹੈ? ਕਹਿੰਦੇ ਜੀ ਗ੍ਰਹਿ ਮੰਤਰੀ ਜਵਾਬ ਦੇਵੇ। ਪਰਮਿੰਦਰ ਸਿੰਘ ਪਿੰਕੀ ਜੀ MLA ਹੈ ਫਿਰੋਜ਼ਪੁਰ ਤੋਂ, ਉਸ ਇਲਾਕੇ ਤੋਂ, ਔਰ ਉਹ ਅਮਰਿੰਦਰ ਦਾ ਬੰਦਾ ਨਹੀਂ, ਅਮਰਿੰਦਰ ਦੇ ਵਿਰੋਧ 'ਚ ਹੈ। ਰਾਦਰ ਇਹ ਕਿਹਾ ਜਾਂਦਾ ਕਿ ਉਹ ਬੰਦੇ ਦੇ ਪੁਲਿਸ ਅਫਸਰਾਂ ਦੇ ਨਾਲ ਬੜੇ ਨੇੜਲੇ ਸੰਬੰਧ ਰਹੇ। ਉਹ ਕੱਲ ਕੀ ਕਹਿ ਰਹੇ? ਕੱਲ ਦਾ ਉਹ ਜਦੋਂ ਉਹਦੀ ਵਾਰ-ਵਾਰ ਉਹਦੀ ਇੰਟਰਵਿਊ ਦਿਖਾ ਰਹੇ ਹੈ, ਉਹ ਕਹਿੰਦਾ ਜੀ ਜੋ ਕੁਝ ਹੋਇਆ ਨਹੀਂ ਹੋਣਾ ਚਾਹੀਦਾ ਸੀ। ਉਹ ਕਹਿੰਦਾ ਹੈ ਕਿ ਜਦੋਂ ਕੋਈ ਇਸ ਕਿਸਮ ਦਾ ਪ੍ਰੋਗਰਾਮ ਹੁੰਦਾ ਹੈ ਜੀ, ਉਹਨੂੰ ਕੋਆਰਡੀਨੇਟ ਕਰਨ ਵਾਸਤੇ ਸਟੇਟ ਦਾ ਜਿਹੜਾ DGP ਹੈ ਉਹ ਆ ਕੇ ਉੱਥੇ ਆਪਣਾ ਹੈੱਡਕੁਆਟਰ ਬਣਾਉਂਦਾ। ਆਪਾਂ ਦੇਖੀਏ ਪ੍ਰਧਾਨ ਮੰਤਰੀ ਸਾਹਿਬ ਪਹਿਲਾਂ, ਮੋਦੀ ਸਾਹਿਬ ਪਹਿਲਾਂ ਵੀ ਆਉਂਦੇ ਰਹੇ। ਤੁਹਾਡੇ ਯਾਦ ਹੋਣਾ ਹੈ ਸਰਦਾਰਨੀ ਸੁਰਿੰਦਰ ਕੌਰ ਬਾਦਲ ਦਾ ਭੋਗ ਸੀ, ਸੁਖਵੀਰ ਦੀ ਮਾਤਾ ਦਾ ਜੀ, ਉਸ ਵੇਲੇ ਸਾਡੇ DGP ਸਾਹਿਬ ਮੌਕੇ ਤੇ ਸੀ। ਇਲੈਕਸ਼ਨਾਂ ਵੇਲੇ ਤਾਂ ਚਲੋ ਇੱਕ ਵੱਖਰੀ ਗੱਲ ਹੈ ਕਿ ਪ੍ਰੋਟੋਕੋਲ ਦਾ ਖਿਆਲ ਰੱਖਣਾ ਪੈਂਦਾ ਹੈ। ਹਮੇਸ਼ਾ DGP ਨਾਲ ਉਹਦਾ DGP ਕਿਉਂ ਨਹੀਂ ਸੀ ਜੀ, ਉਹਦਾ ਇਹ ਸਵਾਲ ਹੈ। ਉਹ ਤਾਂ ਅਗਾਂਹ ਵੀ ਗੱਲ ਕਰ ਰਿਹਾ ਹੈ ਕਿ DGP ਦੇ ਨਾਲ ਕੁਝ ਅਨਸੋਸ਼ਲ ਐਲੀਮੈਂਟ ਹੈ ਜੀ। ਇੱਕ ਬੰਦਾ ਤਾਂ ਕਹਿੰਦੇ DGP ਨਾਲ ਇਹੋ ਜਿਹਾ ਘੁੰਮ ਰਿਹਾ ਜਿਹਨੂੰ ਘੋੜਾ ਕਰਾਰ ਦਿੱਤਾ ਹੋਇਆ ਅਦਾਲਤ ਨੇ। ਇਹ ਪਰਮਿੰਦਰ ਪਿੰਕੀ ਕਹਿੰਦਾ, ਕੋਈ ਹੋਰ ਨਹੀਂ ਕਹਿੰਦਾ। ਰਾਣਾ ਗੁਰਜੀਤ ਹੋ ਗਿਆ, ਪਰਮਿੰਦਰ ਪਿੰਕੀ ਹੋ ਗਿਆ। ਮੈਂ ਕਾਂਗਰਸ ਪਾਰਟੀ ਦੇ ਵਿੱਚੋਂ ਜਿਸ ਬੰਦੇ ਨੂੰ ਸੰਜੀਦਾ ਸਮਝਦਾ ਜੀ, ਜਿਹੜਾ ਬੰਦਾ ਬੜਾ ਮਿਹਨਤ ਤੋਲ ਕੇ ਗੱਲ ਕਰਦਾ ਹੈ, ਬੰਦਾ ਭਾਵੇਂ ਹਿੰਦੂ ਭਾਈਚਾਰੇ ਦੇ ਵਿੱਚੋਂ ਹੈ, ਲੇਕਿਨ ਉਹ ਗੱਲ ਸਿੱਖੀ ਦੀ, ਗੁਰੂ ਗ੍ਰੰਥ ਸਾਹਿਬ ਨੂੰ ਜਿੰਨੀ ਉਹਦੀ ਭਾਵਨਾ ਜੁੜੀ ਹੋਈ ਹੈ, ਮੇਰਾ ਖਿਆਲ ਵੀ ਸਾਡੇ ਨਾਲ ਵੀ ਵੱਧ ਹੈ। ਉਹ ਹੈ ਸੁਨੀਲ ਜਾਖੜ। ਸੁਨੀਲ ਜਾਖੜ ਨੇ GST ਦੇ ਮੁੱਦੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਕਿੰਨਾ ਰੌਲਾ ਪਾਇਆ। ਸੁਨੀਲ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਆਡਾ ਵਿੱਢਿਆ ਜੀ ਕਿ ਜੀ ਬੇਅਦਬੀ ਦੇ ਬੰਦਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਸੁਨੀਲ ਜਾਖੜ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਤੂੰ ਮੈਂ ਸਾਹਮਣੇ ਹੋਈ ਵੀ ਤੂੰ ਇਹ ਸਾਰਾ ਕੁਝ ਕਰਦਾ ਹੈ। ਹੁਣ ਉਹ ਵੀ ਇਹ ਗੱਲ ਕਹਿ ਰਹੇ ਹੈ ਕਿ ਜਿਹੜਾ ਯਾਰ ਆਹ ਕੁਝ ਹੋਇਆ ਨਾ, ਨਹੀਂ ਸੀ ਹੋਣਾ ਚਾਹੀਦਾ। ਸੇਫ ਪੈਸੇਜ ਜਿਹੜਾ ਹੈਗਾ ਉਹ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਚਾਹੀਦਾ ਸੀ ਜੀ। ਹੁਣ ਜੇ ਸਟੇਟ ਦਾ ਸਾਬਕਾ ਪ੍ਰੈਜ਼ੀਡੈਂਟ ਇਹ ਗੱਲ ਕਹਿ ਰਿਹਾ ਹੈ, ਕੈਬਨਿਟ ਦਾ ਇੱਕ ਮੰਤਰੀ ਕਹਿ ਰਿਹਾ ਹੈ, ਔਰ ਮੈਂ ਡਿਪਟੀ ਮੁੱਖ ਮੰਤਰੀ ਬਾਰੇ ਜਿਹੜੇ ਗ੍ਰਹਿ ਵਿਭਾਗ ਦੇ ਇੰਚਾਰਜ ਨੇ TV ਚੈਨਲਾਂ ਦੇ ਉੱਤੇ, ਉਹਨਾਂ ਨੇ ਵੀ ਪਹਿਲੇ ਮੰਗ ਲਿਆ ਕਿ ਸਾਥੋਂ ਕੁਤਾਹੀ ਹੋਈ ਹੈ। ਤੇ ਜੇ ਕੁਤਾਹੀ ਹੋਈ ਹੈ ਤਾਂ ਇਹਦੇ 'ਤੇ ਕੁਤਾਹੀ ਚੰਨੀ ਨੇ ਤਾਂ ਨਹੀਂ ਕੀਤੀ। ਕੁਤਾਹੀ ਜੇ ਕਿਤੇ ਅਫਸਰ ਲੈਵਲ ਦੇ ਉੱਤੇ ਹੋਇਆ ਤੇ ਚੰਨੀ ਸਾਹਿਬ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਇਨਕੁਆਇਰੀ ਕਰਾਵਾਂਗੇ। ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਕਿ ਕੁਤਾਹੀ ਹੋਈ ਕੋਈ ਨਹੀਂ। 70,000 ਕੁਰਸੀ ਲਾ ਲਈ, 700 ਬੰਦਾ ਆਇਆ ਸੀ। ਜੇ 700 ਬੰਦਾ ਆਇਆ ਸੀ ਤਾਂ ਫਿਰ 700 ਬੰਦਾ ਦਿਖਾਉਣ ਵਾਲੀ ਗੱਲ ਕਰ ਲੈਂਦੇ। ਲੇਕਿਨ ਤੁਸੀਂ ਨਾਲ ਦੀ ਨਾਲ ਸਰਟੀਫਿਕੇਟ ਕਿਉਂ ਜਾਰੀ ਕਰੀ ਜਾਂਦੇ ਹੋ ਜੀ? ਕਹਿੰਦੇ ਜੀ ਬਿਲਕੁਲ ਪੁਲਿਸ ਨੇ ਤਾਂ ਕੋਈ ਕੰਮ ਸਾਡਾ ਬਿਲਕੁਲ ਠੀਕ ਸੀ, ਕੋਈ ਨਹੀਂ। ਕਹਿੰਦੇ ਜੇ ਲੋੜ ਪਈ ਇਨਕੁਆਇਰੀ ਕਰਵਾ ਲਾਂਗੇ ਜੀ। ਤੇ ਜਦੋਂ ਹੁਣ ਰੌਲਾ ਜ਼ਿਆਦਾ ਪੈ ਗਿਆ ਤੇ ਅੱਜ ਇਨਕੁਆਇਰੀ ਦੇ ਆਰਡਰ ਵੀ ਦਿੱਤੇ। ਜੇ ਲੋੜ ਪੈ ਗਈ ਕਿਤੇ ਲੋੜ, ਪ੍ਰਾਈਮ ਮਿਨਿਸਟਰ ਦੀ ਜੇ 1947 ਤੋਂ ਬਾਅਦ ਮੇਰਾ ਖਿਆਲ ਹੈ ਕਦੇ ਪ੍ਰਾਈਮ ਮਿਨਿਸਟਰ ਦੇ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਵਿਗੜ ਨਹੀਂ ਪਿਆ ਜਿਹੜਾ ਪਿਆ। ਔਰ ਸੱਚਮੁੱਚ ਮੈਂ ਤੁਹਾਨੂੰ ਦੱਸਦਾ, ਕਈ ਬੰਦੇ ਤੈਨੂੰ ਕਹਿੰਦੇ ਨੇ ਵੀ ANI ਦੇ ਆਫੀਸਰ ਨੂੰ ਕਿਹਾ ਕਿ ਧੰਨਵਾਦ ਤੁਹਾਡੇ
ਧੰਨਵਾਦ ਦਿਓ ਆਪਣੇ ਮੁੱਖ ਮੰਤਰੀ ਨੂੰ। ANI ਦੀ ਇੱਕ ਰਿਪੋਰਟ ਰਿਪੋਰਟ ਹੈ ਕਿ ਇੱਥੇ ਬਠਿੰਡੇ ਦੇ ਹਵਾਈ ਅੱਡੇ ਤੇ ਕਿਉਂਕਿ ANI ਦਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਹਾਂ ਵੀ ਕਿਸੇ ਅਫਸਰ ਨੂੰ ਕਿਹਾ ਸੱਚਮੁੱਚ ਮੈਂ ਹੁਣ ਤੁਹਾਨੂੰ ਅੰਦਰਲੀ ਗੱਲ ਦੱਸਾਂ, ਸੱਚਮੁੱਚ ਹੀ ਪ੍ਰਧਾਨ ਮੰਤਰੀ ਡਰ ਗਿਆ ਸੀ। ਜਿੱਥੇ ਮਤਲਬ ਪ੍ਰਧਾਨ ਮੰਤਰੀ ਰੁਕਿਆ ਉਸ ਵੇਲੇ ਜਿਹੜੀਆਂ ਆਲੇ ਦੁਆਲੇ ਉਹਨਾਂ ਦੇ ਜਿਹੜੇ ਬੰਦੇ ਖੜੇ ਉਹਨਾਂ ਦੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਵਾਲੇ ਤੇ ਉਹਨਾਂ ਨੇ ਦੇਖਣ ਨਾਲ ਕਿ ਆਮ ਤੌਰ ਦੇ ਉੱਤੇ ਜਿਹੜੀ ਮੈਨੂੰ ਜਾਣਕਾਰੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਆਉਂਦਾ ਤੇ ਨਾਲ ਚੀਫ ਮਿਨਿਸਟਰ ਹੁੰਦਾ ਹੈ, ਬਿਲਕੁਲ ਚੀਫ ਮਿਨਿਸਟਰ ਦੀ ਟੋਟਲ ਸਿਕਿਉਰਿਟੀ ਵੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ 'ਚ ਤਬਦੀਲ ਹੋ ਜਾਂਦੀ। ਕੱਲ੍ਹ ਚੀਫ ਮਿਨਿਸਟਰ ਆਏ ਨਹੀਂ ਗੇ, ਨਾਲ ਗੱਡੀਆਂ ਚੱਲਦੀਆਂ ਸੀ, ਪੰਜਾਬ ਪੁਲਿਸ ਦੀਆਂ ਚੱਲਦੀਆਂ ਸੀ, ਪਾਇਲਟ ਚੱਲਦੀਆਂ ਸੀ, ਇੰਟੈਲੀਜੈਂਸ ਪੁਲ ਦੇ ਉੱਤੇ ਆ ਕੇ ਜਦੋਂ ਦੇਖਿਆ ਪੰਜਾਬ ਪੁਲਿਸ ਦੇ ਕੁਝ ਜਿਹੜੇ ਅਫੀਸ਼ੀਅਲਸ ਨਾਲ ਚੱਲਦੇ ਸੀ ਉਹਨਾਂ ਨੇ ਜਾ ਕੇ ਆਪਣੀਆਂ ਗੱਡੀਆਂ ਨਾਲ, ਤੁਸੀਂ ਦੇਖਿਆ ਹੋਣਾ ਆਪਣੀਆਂ ਗੱਡੀਆਂ ਵੀ ਆ ਗਈਆਂ ਸੀ। ਉਹ ਜਦੋਂ ਗੱਡੀਆਂ ਆ ਗਈਆਂ ਤੇ ਉਹਨਾਂ ਨੇ ਦੇਖਿਆ ਪੰਜਾਬ ਪੁਲਿਸ ਦੇ ਬੰਦੇ ਆ ਗਏ, SPG ਵਾਲਿਆਂ ਨੂੰ ਉਹਨੂੰ ਪਛਾਣ ਕਰਤਾ। ਔਰ ਮੈਨੂੰ ਇਹ ਵੀ ਜਾਣਕਾਰੀ ਹੈ ਕਿ ਗਵਰਨਰ ਜਿਹੜੇ ਹੈਗੇ ਪ੍ਰਧਾਨ ਮੰਤਰੀ ਦੇ ਨਾਲ ਬੈਠੇ ਸੀ ਜੀ, ਉਸੇ ਗੱਡੀ 'ਚ ਬੈਠੇ ਸੀ। ਗਵਰਨਰ ਨੇ ਉਸ ਵੇਲੇ ਚੰਨੀ ਸਾਹਿਬ ਨਾਲ ਟੈਲੀਫੋਨ ਕੀਤਾ, ਟੈਲੀਫੋਨ ਨਹੀਂ ਅਟੈਂਡ ਹੋਇਆ ਚੰਨੀ ਸਾਹਿਬ ਦਾ। JP ਨੱਡਾ ਇੱਕ ਪੋਲੀਟੀਕਲ ਬੰਦਾ ਹੈ, ਉਹਦਾ ਨਾਂ ਚੱਕਿਆ ਜਾਵੇ ਨਾ ਚੱਕਿਆ ਜਾਵੇ ਵੱਖਰੀ ਗੱਲ ਹੈ, ਪਰ ਗਵਰਨਰ ਤਾਂ ਕੰਸਟੀਟਿਊਸ਼ਨਲ ਅਥਾਰਟੀ ਹੈ, ਉਹ ਸਟੇਟ ਨੂੰ ਹੈਡ ਕਰ ਰਿਹਾ ਹੈ, ਸਟੇਟ ਦਾ ਸਾਡਾ ਮੁਖੀ ਹੈ। ਸਰਕਾਰ ਚੰਨੀ ਸਾਹਿਬ ਚਲਾਉਂਦੇ ਤੇ ਸਟੇਟ ਦੇ ਮੁਖੀ ਹੈ ਉਹਨੂੰ। ਚਲੋ ਸਾਹਿਬ ਮੇਰੇ ਕੋਲ ਤਾਂ ਹੋਰ ਇਦੋਂ ਤਕੜੀ ਇਨਪੁੱਟ ਹੈ। ਕਹਿੰਦੇ ਜਦੋਂ ਇੱਥੇ ਆਏ ਬਠਿੰਡੇ ਭਿੱਸੀਆਣੇ ਆ ਗਏ, ਗੱਡੀ 'ਚ ਉਤਰੇ, ਵਾਸ਼ਰੂਮ ਗਏ ਕਿਉਂਕਿ ਕਿੱਲਾ ਡੇਢ ਕਿੱਲਾ ਪਾਸੇ ਖੜਾ ਸੀਗਾ ਹਵਾਈ ਜਹਾਜ਼, ਉਹ ਉਤਰ ਕੇ ਤੇ ਜਦੋਂ ਉਹਨਾਂ ਨੇ ਗੱਡੀ ਲਾਈ ਹਵਾਈ ਜਹਾਜ਼ ਤੱਕ ਦਾਨ ਲਈ ਤੇ ਪੈਦਲ ਹੀ ਤੁਰ ਪਏ। ਭੱਜ ਕੇ ਸੁਰੱਖਿਆ ਕਰਮਚਾਰੀ ਨੇ ਛਤਰੀ ਤਾਣੀ ਤਾਂ ਉਹਨਾਂ ਨੇ ਤੋਂ ਛਤਰੀ ਧੱਕੇ ਨਾਲ ਖੋਹ ਲਈ ਤੇ ਆਪ ਹੀ ਛਤਰੀ ਲੈ ਕੇ ਹਵਾਈ ਜਹਾਜ਼ ਚੜ੍ਹ ਗਏ। ਇੱਥੋਂ ਪਤਾ ਲੱਗਦਾ ਕੀ ਹੈ ਕਿਉਂਕਿ ਜਿਹੜੀ ਵੇਖੋ ਇਹਦੇ 'ਚ ਗੱਲਾਂ ਸਾਰੀਆਂ ਹੀ ਆ ਜਾਂਦੀਆਂ, ਉਹ ਫਿਰ ਗੱਲਾਂ ਯਾਦ ਆਉਂਦੀਆਂ ਬੰਦੇ ਦੇ ਹੌਲੀਆਂ ਹੌਲੀਆਂ। ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਐਪੀਸੋਡ ਕੀਤਾ ਸੀ ਕਿ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਤਾਂ ਕਰਤਾ, ਲੇਕਿਨ ਬਾਅਦ ਦੇ ਵਿੱਚ ਇੰਦਰਾ ਗਾਂਧੀ ਨੂੰ ਪਛਤਾਉਣਾ ਪਿਆ ਸੀ। ਜੀ। ਔਰ ਜਿਸ ਬੰਦੇ ਨੇ ਇੰਦਰਾ ਗਾਂਧੀ ਨੂੰ ਰੋਕਿਆ ਸੀ ਕਿ ਆਪਰੇਸ਼ਨ ਬਲੂ ਸਟਾਰ ਤੁਸੀਂ ਨਾ ਕਰਿਓ, ਉਹਦਾ ਨਾਂ ਸੀ ਸੁਬਰਾਮਨੀਅਮ ਸਵਾਮੀ। ਤੇ ਜਦੋਂ ਇੰਦਰਾ ਗਾਂਧੀ ਆਪਣੀ ਹੋਣੀ ਦੇ ਆਖਰੀ ਦਿਨ ਪਾਰਲੀਮੈਂਟ ਦੇ ਵਿੱਚੋਂ ਜਾ ਰਹੀ ਸੀਗੀ ਉੜੀਸਾ ਨੂੰ, ਤੇ ਸਾਹਮਣੇ ਸਵਾਮੀ ਆ ਗਿਆ ਸੀ ਤੇ ਉਹਨੇ ਸਵਾਮੀ ਨੂੰ ਕਿਹਾ ਸੀ, ਸਵਾਮੀ ਜੀ ਮੇਰੇ ਕੋ ਯਕੀਨ ਹੋ ਗਿਆ ਕਿ ਜੇ ਲੋਕ ਮੁਝੇ ਛੋੜेंगे ਨਹੀਂ। ਉਹ ਵੀ ਉਸ ਵੇਲੇ ਦੀ ਸਥਿਤੀ ਇਹ ਸੀ। ਇਹ ਸੱਤਿਆਪਾਲ ਮਲਿਕ ਹੋਵੇ, ਇੰਦਰਾ ਗਾਂਧੀ ਹੋਵੇ, ਜਿਹੜੀ ਪੰਜਾਬ ਦੇ ਲੋਕਾਂ ਦਾ ਇੱਕ ਵੱਖਰੇ ਕਿਸਮ ਦਾ ਕਰੈਕਟਰ ਹੈ, ਇਹਨਾਂ ਦਾ ਇੱਕ ਵੱਖਰੇ ਕਿਸਮ ਦਾ ਸੁਭਾਅ ਤੇ ਸੁਭਾਅ ਹੈ। ਕਿਉਂ ਇਹ ਨਹੀਂ ਕਿ ਕੋਈ ਇਹ ਜਨਜਾਤ ਕੋਈ ਵਾਇਲੈਂਟ ਹੈ ਬੰਦੇ ਜੀ, ਇਹਨਾਂ ਦੇ ਉੱਤੇ ਮੁਸੀਬਤਾਂ ਪਈਆਂ ਰਹੀਆਂ। ਹਰ ਹਮਲਾਵਰ ਜਿਹੜਾ ਆਇਆ ਉਹ ਪੰਜਾਬ ਵਿੱਚ ਆਇਆ, ਇਹਨਾਂ ਨੂੰ ਲੜਨਾ ਪਿੜਨਾ ਪੈਂਦਾ ਸੀ। ਉਹ ਗਿੱਜ ਗਏ। ਇਹ ਲੋਕ ਜਿਹੜੇ ਹੈਗੇ ਦਿਲ ਦੇ ਦਰਿਆ ਵੀ ਬਹੁਤ ਹੈ, ਪਰ ਜਦੋਂ ਇਹ ਪ੍ਰਵੋਕ ਹੁੰਦੇ ਫਿਰ ਇਹ ਆਪੇ ਤੋਂ ਬਾਹਰ ਵੀ ਹੋ ਜਾਂਦੇ। ਇਹ ਸਾਰੀਆਂ ਗੱਲਾਂ ਜਦੋਂ ਬੰਦੇ ਦੇ ਉੱਤੇ ਕੋਈ ਮੁਸੀਬਤ ਪੈ ਘੇਰਾ ਪੈਂਦਾ ਉਦੋਂ ਸਾਰੀਆਂ ਗੱਲਾਂ ਯਾਦ ਆਉਂਦੀਆਂ। ਬਿਲਕੁਲ ਯਾਰ ਗਲਤ ਹੋ ਗਿਆ ਸੀ ਕੰਮ ਜੀ। ਸੋ ਬਿਲਕੁਲ ਇਹ ਤਾਂ ਗੱਲ ਹੈ। ਤੇ ਪਰ ਰਿਪੋਰਟਾਂ ਫਿਰੋਜ਼ਪੁਰ ਤੋਂ ਇਹ ਵੀ ਆ ਰਹੀਆਂ ਨੇ ਕਿ BJP ਤੇ ਕਿਸਾਨਾਂ ਦਰਮਿਆਨ ਝੜਪਾਂ ਵੀ ਹੋਈਆਂ, ਜ਼ਖਮੀ ਵੀ ਹੋਏ ਲੋਕ। ਦੇਖੋ ਗੱਲ ਇਹ ਹੁਣ ਵੱਡੀ ਗੱਲ ਇਹ ਆ ਗਈ, ਜਿਵੇਂ ਤੁਸੀਂ ਵੀ ਦੱਸੀ ਜਾਂਦੇ ਹੋ ਕਿ ਬਹੁਤ ਸਾਰੇ ਤੁਹਾਡੀ ਇੰਟਰਵਿਊ ਹੋਈ ਹੈ ਕਿਸੇ BJP ਦੇ ਲੀਡਰ ਦੇ ਨਾਲ ਕਿ ਲੋਕ ਸੀਗੇ। ਇੱਕ ਤਾਂ ਮੌਸਮ ਨੇ ਸਾਥ ਨਹੀਂ ਦਿੱਤਾ ਜੀ। ਵੈਸੇ ਸਿਆਣਪ ਤਾਂ BJP ਨੂੰ ਜਾਂ ਪ੍ਰਧਾਨ ਮੰਤਰੀ ਨੂੰ ਇਹ ਚਾਹੀਦੀ ਸੀ, ਮੈਂ ਕਹੂੰਗਾ ਵੈਸੇ ਆਪਾਂ ਤਾਂ ਪ੍ਰਧਾਨ ਮੰਤਰੀ ਨੂੰ ਸਿਆਣਪ ਵਾਲੀ ਕੌਣ ਗੱਲ ਨੇ ਕਿ ਇਸ ਵੇਲੇ ਦੇ ਜਿਹੜੇ ਹਾਲਾਤ ਹੈ, ਸਭ ਤੋਂ ਵੱਡੀ ਸਥਿਤੀ ਹੈ ਕਿ ਦੇਸ਼ ਦੇ ਵਿੱਚ ਕਰੋਨਾ ਮਹਾਮਾਰੀ ਬੜੀ ਤੇਜ਼ੀ ਨਾਲ ਜਿਹੜੀ ਹੈ ਉਹ ਲੇਅਰ ਆ ਗਈ ਹੈ। ਅੱਜ ਵੀ ਆਪਾਂ ਦੇਖ ਰਹੇ ਸੀ, ਉਹ ਗੱਲਾਂ ਕਰ ਰਹੇ ਸੀਗੇ ਵੀ ਕੁਛ ਬਾਹਰੋਂ ਜਹਾਜ਼ ਆਇਆ ਤੇ ਉਹਦੇ 'ਚ ਕਾਫੀ ਗਿਣਤੀ 100 ਤੋਂ ਉੱਪਰ ਬੰਦੇ ਜਿਹੜੇ ਕਰੋਨਾ ਪੋਜ਼ੀਟਿਵ ਆ ਗਏ। ਇਟਲੀ ਤੋਂ ਆਇਆ। ਹਾਂ, ਬੜੇ ਮਤਲਬ ਜਿਹੜੇ ਹੈਗੇ ਸਿਲਸਿਲਾ ਰਾਤ ਦਾ ਕਰਫਿਊ ਲਾ ਦਿੱਤਾ ਗਿਆ। ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਮਿਸਟਰ ਵਰਨ ਗਾਂਧੀ ਨੇ ਵੀ ਇਹ ਕਿਹਾ ਸੀ ਕਿ ਕਿਹੋ ਜਿਹਾ ਸਿਸਟਮ ਹੈ ਜੀ, ਰਾਤ ਨੂੰ ਕਰਫਿਊ ਤੇ ਦਿਨੇ ਰੈਲੀਆਂ। ਇਹ ਵੀ ਗੱਲ ਇਹ ਰੈਲੀ ਨਹੀਂ ਸੀ ਕਰਨੀ ਚਾਹੀਦੀ, ਰੈਲੀ ਮੁਲਤਵੀ ਕਰ ਦੇਣੀ ਚਾਹੀਦੀ ਸੀ। ਫੋਰਕਾਸਟ ਵੀ ਆ ਗਈ ਸੀ ਕਿ ਮੌਸਮ ਖਰਾਬ ਹੋਊਗਾ। ਖਰਾਬ ਮੌਸਮ ਦੇ ਚੱਲਦਿਆਂ ਚਲੋ ਸਰਹੱਦੀ ਇਲਾਕੇ 'ਚ ਰੱਖਿਆ, ਜਿੱਥੇ BJP ਦਾ ਕੁਝ ਥੋੜ੍ਹਾ ਬਹੁਤਾ ਆਧਾਰ ਵੀ ਹੈ, ਪਰ ਇਹ ਹਿਮਾਚਲ ਪ੍ਰਦੇਸ਼ ਵੀ ਨੇੜੇ ਪੈਂਦਾ ਹੈ। ਰਾਜਸਥਾਨ ਤੇ ਹਰਿਆਣੇ ਤੋਂ ਵੀ ਬੰਦੇ ਆ ਸਕਦੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਹੈ। ਚਲੋ ਰਾਜਸਥਾਨ ਦੇ ਵਿੱਚ ਤਾਂ ਨਹੀਂ ਹੈਗੀ, ਹਰਿਆਣੇ 'ਚ ਤਾਂ ਸਰਕਾਰ ਹੈਗੀ, ਉੱਥੋਂ ਆ ਸਕਦਾ ਸੀ। ਰਾਜਸਥਾਨ 'ਚ ਵੈਸੇ ਬੇਸ ਹੈਗਾ ਹਾਂ, ਉਹਨਾਂ ਨੇ ਬੰਦੇ ਸਾਰੇ ਉਹ ਆ ਸਕਦੇ ਸੀ ਔਰ ਬੰਦੇ ਆ ਵੀ ਰਹੇ ਸੀ। ਕਿਸਾਨ ਵਿਰੋਧ ਕਰ ਰਹੇ ਸੀ, ਪੰਜਾਬ ਦੇ ਵਿੱਚੋਂ ਵੀ ਬੰਦੇ ਆ ਰਹੇ ਸੀ, ਇਹ ਨਹੀਂ ਸੀ ਕਿ ਪਿੰਡਾਂ 'ਚੋਂ ਨਹੀਂ ਆ ਰਹੇ ਸੀ। ਜਗਰਾਉਂ ਦੇ ਇਲਾਕੇ ਦੇ ਵਿੱਚ ਘੇਰਿਆ। ਨਹੀਂ, ਮੈਂ ਤਾਂ ਇੱਕ ਵੀਡੀਓ ਦੇਖੀ, ਉਹ ਬੰਦਾ ਫਰੀਦਕੋਟ ਦਾ ਲੀਡਰ ਹੈ BJP ਦਾ, ਉਹਦੇ ਨਾਲ ਉਹਦੇ ਸੱਜਣ ਮਿੱਤਰ ਚਲੇ ਗਏ। ਉਹ ਕਹਿੰਦੇ ਤੁਸੀਂ ਇੱਕ ਪੱਤਰਕਾਰ ਨੂੰ ਪੁੱਛਦੇ, ਤੁਸੀਂ ਕਹਿੰਦੇ ਅਸੀਂ ਤਾਂ ਇਹਦੇ ਨਾਲ ਆਏ ਆ ਦੋਸਤੀ ਕਰਕੇ। ਉਹ ਕਹਿੰਦੇ ਅਸੀਂ ਇਹਨਾਂ BJP ਨੂੰ ਵੋਟ ਨਹੀਂ ਪਾਉਂਦੇ। ਕਹਿੰਦੇ ਪਰ ਗਏ ਤਾਂ ਹੈ, ਜਾਂਦੇ ਤਾਂ ਹੈ ਨਾ ਵੀ BJP ਨੂੰ ਵੋਟ ਪਾਉਣ ਨਾ ਪਾਉਣ, ਉਹ ਬੰਦੇ ਜਾਂਦੇ ਸੀ। ਕਿਸਾਨ ਉਹਨਾਂ ਨੂੰ ਰੋਕਦੇ ਸੀ ਬੜੇ ਥਾਵਾਂ ਤੇ। ਹੁਣ ਤੁਸੀਂ ਇੱਕ ਦੇਖੋ ਕਿ ਬਿਲਕੁਲ ਫਿਰੋਜ਼ਪੁਰ ਦੇ ਬਾਹਰ
ਇੱਥੋਂ ਕੁਛ ਗੱਡੀਆਂ ਜਾਂਦੀਆਂ ਭਗਤੇ ਤੋਂ, ਭਗਤੇ ਤੋਂ ਗੱਡੀਆਂ ਜਾਂਦੀਆਂ ਤੇ ਉਹ ਗਾਂ ਕਿਸਾਨ ਖੜੇ, ਕਿਸਾਨ ਉਹਨੂੰ ਰੋਕਦੇ ਆ ਵੀ ਨਹੀਂ ਕਿਉਂ ਜਾਂਦੇ ਹੋ ਤੁਸੀਂ, ਕੀ ਗੱਲ ਹੈ, ਸਾਡੇ ਸਵਾਲਾਂ ਦੇ ਜਵਾਬ ਦਿਓ। ਉਹਨਾਂ ਦੇ ਵਿੱਚ ਕਸ਼ੀਦਗੀ ਵੱਧ ਗਈ, ਤੂੰ ਮੈਂ ਹੋ ਗਈ, ਗੱਲ ਹੱਥੋਂ ਪਾਈ ਤੱਕ ਪਹੁੰਚ ਗਈ। ਹੱਥੋਂ ਪਾਈ ਤੱਕ ਪਹੁੰਚ ਗਈ ਤੇ ਉੱਥੇ ਪੁਲਿਸ ਨੇ ਲਾਠੀ ਚਾਰਜ ਕਰਤਾ ਜੀ। ਲਾਠੀ ਚਾਰਜ ਦੇ ਵਿੱਚ ਜ਼ਖਮੀ ਕੌਣ ਹੁੰਦੇ ਆ, ਲਹੂ ਕਿਹਦਾ ਨਿਕਲਦਾ, ਭਾਰਤੀ ਜਨਤਾ ਪਾਰਟੀ ਵਾਲਾ। ਕਿਉਂਕਿ ਕਿਸਾਨਾਂ ਦੇ ਨਾਲ ਪੁਲਿਸ ਵਾਲਿਆਂ ਨੂੰ ਇੱਕ ਤਾਂ ਵੈਸੀ ਹਮਦਰਦੀ ਹੈ ਕਿਉਂਕਿ ਵੀ ਇਹ ਵੀ ਪੰਜਾਬ ਦੀ ਲੜਾਈ ਲੜਦੇ, ਦੂਜੀ ਜਦੋਂ ਪੁਲਿਸ ਵਾਲੇ ਡਿਊਟੀ ਦਿੰਦੇ ਆ ਉਹਨਾਂ ਨੂੰ ਕਿਹੜਾ ਮਗਰ ਰਸਤ ਭੇਜਦਾ ਕੋਈ, ਉਹ ਚਾਹ ਪਾਣੀ ਵੀ ਉੱਥੇ ਪੀਂਦੇ ਆ। ਜਿਨ੍ਹਾਂ ਲੋਕਾਂ ਨੇ ਕੱਲ ਪ੍ਰਧਾਨ ਮੰਤਰੀ ਨੂੰ ਘੇਰਿਆ, ਤੁਸੀਂ ਵੀਡੀਓ ਤੋਂ ਕੱਢ ਕੇ ਦੇਖੋ, ਉਹਨਾਂ ਦੇ ਕੋਲ ਪੁਲਿਸ ਵਾਲੇ ਵੀ ਬਾਟੀਆਂ ਫੜ ਕੇ ਚਾਹ ਪੀ ਜਾਂਦੇ। ਬਿਲਕੁਲ ਡਿਊਟੀ ਤਾਂ ਉਹਨਾਂ ਦੀ ਲਾਈ ਹੈ ਕਿ ਤੁਸੀਂ ਇਹਨਾਂ ਨੂੰ ਪਾਸੇ ਕਰੋ, ਵੈਸੇ ਡਿਊਟੀ ਜਿਹੜੀ ਹੈ ਉਹ ਹੁੰਦੀ ਹੈ ਵੀ ਭਾਈ ਤੁਸੀਂ ਇਹ ਗੱਲ ਨਾ ਕਰੋ। ਹੁਣ ਜਿਹੜੀ ਸਿਕਿਉਰਿਟੀ ਅਲਰਟ ਸੀ, ਸਿਕਿਉਰਿਟੀ ਅਲਰਟ ਤਾਂ ਹੁਣ ਇਹ ਵੀ ਆ ਗਈ ਖਬਰ ਕਿ ਜਿਹੜੀ ਤੁਹਾਡੀਆਂ 3 ਚਿੱਠੀਆਂ 1 ਤਾਰੀਖ ਤੋਂ ਲੈ ਕੇ 4 ਤਾਰੀਖ ਤੱਕ 3 ਚਿੱਠੀਆਂ ਕੱਢੀਆਂ DGP ਲਾਅ ਐਂਡ ਆਰਡਰ ਨੇ। ਉਹਦੇ ਵਿੱਚ ਉਹ ਕਹਿੰਦਾ ਬਿਲਕੁਲ ਕਿਸਾਨਾਂ ਦਾ ਮਾਮਲਾ ਮੁੱਕ ਚੁੱਕਿਆ, ਇਹਨਾਂ ਦਾ ਕਾਲੇ ਕਾਨੂੰਨ ਵਾਪਸ ਲੈ ਲਈ, ਲੇਕਿਨ ਕੁਝ ਮੁੱਦਿਆਂ ਨੂੰ ਲੈ ਕੇ ਸੰਘਰਸ਼ਸ਼ੀਲ ਹੈ ਪੰਜਾਬ ਦੇ ਵਿੱਚ ਕਿਸਾਨ। ਸੰਭਾਵਨਾ ਇਹ ਹੈ ਕਿ ਉਹ ਰਸਤਾ ਰੋਕ ਸਕਦੇ। ਉਹਨੇ ਪੁੱਠੀ ਲਿਖੀ ਹੈ ਉੱਤੇ, ਚਿੱਠੀ ਉਹਨੇ ਲਿਖੀ ਹੈ, DGP ਨੂੰ ਲਿਖੀ ਹੈ। ਜਿਹੜਾ DGP ਲਾਅ ਐਂਡ ਆਰਡਰ ਉਹਨੇ DGP ਨੂੰ ਚਿੱਠੀ ਲਿਖੀ ਹੈ ਕਿ ਉਹਦੇ ਕੋਲ ਇਨਪੁਟਸ ਜਾਂਦੀਆਂ ਇੰਟੈਲੀਜੈਂਸ ਦੀਆਂ। ਉਹਨੇ SSP ਫਿਰੋਜ਼ਪੁਰ ਨੂੰ ਲਿਖੀ ਹੈ, 3 ਚਿੱਠੀਆਂ ਲਿਖੀਆਂ, ਇੱਕ ਨਹੀਂ ਕਾਪੀ ਹਰੇਕ ਨੂੰ ਕੀਤੀ ਹੈ ਕਿ ਇਹ ਕੁਝ ਹੋ ਸਕਦਾ ਹੈ, ਬਦਲਵੇਂ ਰੂਟਾਂ ਦਾ ਪ੍ਰਬੰਧ ਕਰੋ ਜੀ, ਕੀਤਾ ਜਾਵੇ ਹਰ ਹਾਲ। SSP ਜਿਹੜਾ ਫਿਰੋਜ਼ਪੁਰ ਦੀ ਰਿਸਪੌਂਸਿਬਿਲਿਟੀ ਹੋ ਗਈ, ਚਿੱਠੀਆਂ ਹੁਣ ਪ੍ਰਕਾਸ਼ ਤੋਂ ਰਹੀਆਂ। ਨਾਲ ਅਗਲੀ ਗੱਲ ਕੀ ਕਹਤੀ, ਅਗਲੀ ਗੱਲ ਕਹਤੀ ਕਿ ਰਿਕਵਰੀ ਵੈਨਸ ਦਾ ਵੀ ਪ੍ਰਬੰਧ ਕਰਿਓ। ਰਿਕਵਰੀ ਵੈਨ ਦਾ ਮਤਲਬ ਕਿ ਜੇ ਟਰਾਲੀਆਂ ਲਾਤੀਆਂ ਚੱਕ ਕੇ ਉਹਨਾਂ ਨੂੰ ਪਾਸੇ ਕਰ ਦਿਓ, ਰਸਤਾ ਰਿਹਾ ਕਰਦੇ। ਉੱਥੇ ਹੁਣ ਕਿਹੜਾ ਸੀ ਪੁਲਿਸ ਵਾਲੇ ਦੇ ਵਿੱਚ ਖੜੇ ਚਾਹ ਪੀ ਜਾਂਦੇ ਸੀ, ਪ੍ਰਬੰਧ ਹੋਏ ਕਿਹੜੇ ਹੈ। ਆਮ ਤੌਰ ਤੇ ਜਿਹੜਾ ਇਸ ਕਿਸਮ ਦਾ ਹੁੰਦਾ ਹੈ ਦਾਨੇਵਾਲੀਆ ਸਾਹਿਬ, ਤੁਹਾਨੂੰ ਵੀ ਪਤਾ, ਆਪਾਂ ਦੇਖਦੇ ਹਾਂ ਜਦੋਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੁੰਦੇ ਰੂਟ ਲੱਗਦੇ ਉਦੋਂ ਇੱਕ ਗਸਟਡ ਅਫਸਰ ਜਿਹੜਾ ਹੈਗਾ ਉਹ ਗਸ਼ਤ ਕਰਦਾ ਰਹਿੰਦਾ ਲਗਾਤਾਰ। 5 ਕਿਲੋਮੀਟਰ ਦਾ ਏਰੀਆ ਦਿੱਤਾ, 3 ਕਿਲੋਮੀਟਰ ਦਾ ਉਹਨਾਂ ਦੇ ਬਣਾਏ ਹੁੰਦੇ ਆ। ਉਹ ਇੱਕ ਪਾਸੋਂ ਗਿਆ, ਦੂਜੇ ਪਾਸੇ ਗਿਆ, ਦੇਖਿਆ ਉਹ ਬੰਦੇ ਨੂੰ ਰੋਕੋ, ਉਹ ਫਲਾਣਾ ਕਰੋ। ਪੁਲਿਸ ਵਾਲੇ ਖੇਤਾਂ 'ਚ ਭਜਾਈ ਜਾਂਦੇ ਹੁੰਦੇ, ਕੁੱਤਿਆਂ ਬਿੱਲਿਆਂ ਨੂੰ ਵੀ ਭਜਾਈ ਜਾਂਦੇ ਹੁੰਦੇ ਕਿ ਸੜਕ ਦੇ ਉੱਤੇ ਕੁੱਤਾ ਨਾ ਆ ਜੇ, ਤੇ ਬੰਦੇ ਯਾਰ ਉਹ ਲਾਈ ਬੈਠੇ ਆ ਸਾਰਾ ਕੁਛ, ਉਹ ਆਪਦੀ ਥਾਂ ਤੇ। ਪਰ ਜਦੋਂ BJP ਵਾਲੇ ਜਾਂਦੇ ਸੀ, ਉਹ BJP ਵਾਲਿਆਂ ਦੀਆਂ ਝੜਪਾਂ ਵੀ ਹੋਈਆਂ, ਕੁੱਟਾਮਾਰੀ ਵੀ ਸਾਰੇ ਥਾਂ ਥਾਂ ਤੇ ਹੁੰਦੀ ਰਹੀ ਹੈ। ਕਈ ਥਾਵਾਂ ਦੇ ਉੱਤੋਂ ਤਾਂ ਹੁਣ ਇੱਥੋਂ ਤਾਂ ਕਈ ਹੈ ਆਪਣੇ ਤਾਂ ਖੈਰ ਹੁਣ ਕਹੀਏ ਕਿ 32 ਕਿਸਾਨ ਜਥੇਬੰਦੀਆਂ, ਆਹ ਥੋੜਾ ਜਿਹੜਾ ਬੜਬੜ ਵਾਲਾ ਹੈ ਜਿਹੜਾ ਟੋਲ ਪਲਾਜ਼ਾ, ਉੱਥੇ 2 ਕਿਸਾਨ ਜਥੇਬੰਦੀਆਂ ਵਾਲੇ ਆਪਸ ਵਿੱਚ ਘੋਟੋ ਘੋਟੀ ਹੋ ਪਏ। ਅੱਛਾ, ਉਹ ਇੱਕ ਜਣੇ ਨੇ ਪਹਿਲਾਂ ਕਿਤੇ ਧਰਨਾ ਲਾਇਆ ਸੀ, ਦੂਜੇ ਵੀ ਬਹਿ ਗਿਆ ਕਿ ਉਹ ਫਿਰ ਵੀ ਤੇਰੀ ਜਥੇਬੰਦੀ ਵੱਡੀ ਹੈ ਕਿ ਮੇਰੀ ਜਥੇਬੰਦੀ ਵੱਡੀ ਹੈ। ਇਸ ਗੱਲ ਤੇ ਕਰਦਿਆਂ ਹੂਰੋ ਹੋ ਪਏ। ਇੱਕ ਕਿਸਾਨ ਆਗੂ ਦੀ ਤਾਂ ਪੱਗ ਵੀ ਲੈ ਗਈ ਸੀ। ਦੱਸੋ, ਉਹ ਮਤਲਬ ਇਸ ਤਰ੍ਹਾਂ ਦਾ ਸਿਲਸਿਲਾ ਹੋਇਆ। ਲੜਾਈ ਝਗੜੇ ਵੀ ਥਾਂ ਥਾਂ ਦੇ ਉੱਤੇ ਹੋਏ ਹੈ। ਮੌਸਮ ਨੇ ਵੀ ਸਾਥ ਨਹੀਂ ਦਿੱਤਾ, ਪਰ ਇਹ ਠੀਕ ਹੈ ਵੀ ਉੱਥੇ ਵਧੀਆ ਗੱਲ ਇਹ ਸੀਗੀ ਕਿ ਪ੍ਰਧਾਨ ਮੰਤਰੀ ਨੂੰ ਰੋਕਿਆ ਨਾ ਜਾਂਦਾ, ਜਾ ਵੜਦਾ। ਜਦੋਂ ਬੰਦੇ ਹੀ ਨਹੀਂ ਗਏ, ਬੰਦੇ ਹੀ ਨਹੀਂ ਸੀ ਜਾ ਵੜਦੇ, ਬੰਦਿਆਂ ਨੂੰ ਉਹੀ ਤਾਂ ਮੈਂ ਕਹਿੰਦਾ ਕਿ ਅਸਲ ਮੁੜ ਕੇ ਢਿੱਲੋਂ ਸਾਹਿਬ ਮੈਂ ਉੱਥੇ ਹੀ ਆ ਰਿਹਾ। ਚਲੋ ਆਪਾਂ ਕਿਸੇ ਤੇ ਉਂਗਲ ਕਿਉਂ ਚੱਕਣੀ ਹੈ, ਪਰ ਇੱਕ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਇਸ ਤੇ। ਵਾਈਟ ਪੇਪਰ ਦਾ ਮੇਰੇ ਖਿਆਲ ਜੀ ਹੁਣ ਕਈ ਜਾਰੀ ਹੋਣਗੇ, ਕਿਉਂਕਿ ਹੁਣ ਜਿਹੜੇ ਪੁਲਿਸ ਵਾਲਿਆਂ ਨੇ ਕਿਹਦੀਆਂ ਡਿਊਟੀਆਂ 'ਚ ਕਿੱਥੇ ਕਮੀਆਂ ਪੇਸ਼ੀਆਂ ਰਹੀਆਂ ਉਹ ਵੀ ਕਹਿੰਦੇ ਇਨਕੁਆਇਰੀਆਂ ਸ਼ੁਰੂ ਹੋ ਗਈਆਂ, ਚੱਲੀ ਜਾਂਦਾ ਕੰਮ, ਉਹ ਵੀ ਕਰੀ ਜਾਂਦੀ, ਕਿਉਂਕਿ ਇਹ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਤੇ ਮਜੀਠੀਆ ਸਾਹਿਬ ਦੀ ਸੁਣਵਾਈ ਫੇਰ ਟਲ ਗਈ ਜੀ। ਆਹ ਸੁਣਵਾਈ ਅਸਲ ਦੇ ਵਿੱਚ ਇਹ ਹੈ ਕਿ ਜਿਹੜੀ ਪਹਿਲੀ ਸੁਣਵਾਈ ਸੀ, ਪਹਿਲੀ ਸੁਣਵਾਈ ਤਾਂ ਉਹਨਾਂ ਦੀ ਸੁਣਵਾਈ ਹੋਈ ਨਹੀਂ ਸੀ ਪਹਿਲੀ ਪੇਸ਼ੀ ਤੇ, ਕਿਉਂਕਿ 2 ਵੱਡੇ ਵਕੀਲ ਸੀ, ਆਪਣੇ ਅਟਾਰਨੀ ਜਨਰਲ ਸਾਹਿਬ ਆਪਣੇ ਤੇ ਦੂਜੇ ਸੀਗੇ ਚਿਦੰਬਰਮ ਸਾਹਿਬ। ਦੋਨਾਂ ਨੇ ਮੁਕਲਰ ਹਤੋਗੀ ਜੀ ਸੀ ਤੇ ਚਿਦੰਬਰਮ ਸਾਹਿਬ, ਉਹ ਦੋਨੇ ਵਰਚੁਅਲੀ ਮੀਟਿੰਗ ਕਰਨੀ, ਆਪਣੀ ਸੁਣਵਾਈ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ। ਲੇਕਿਨ ਉਸ ਵੇਲੇ ਮੈਡਮ ਜੱਜ ਸਾਹਿਬਾਂ ਨੇ ਕਹਿਤਾ ਜੀ ਨਹੀਂ, ਤੁਹਾਨੂੰ ਫਿਜ਼ੀਕਲੀ ਅਪੀਅਰ ਹੋਣਾ ਚਾਹੀਦਾ। ਉਹ ਸੀ ਵੋਕੇਸ਼ਨ ਜੱਜ ਉਸ ਵੇਲੇ। ਹੁਣ ਉਹ ਆ ਗਏ ਰੈਗੂਲਰ ਬੈਂਚ 'ਚ ਕਿਉਂਕਿ ਛੁੱਟੀਆਂ ਮੁੱਕ ਗਈਆਂ। ਕੱਲ ਫਿਰ ਉਹਨਾਂ ਦੀ ਸੁਣਵਾਈ ਸੀ ਜੀ, ਕੱਲ ਵਾਲੀ ਸੁਣਵਾਈ ਉਹਨਾਂ ਦੀ ਵਰਚੁਅਲ ਹੋਈ ਹੈ, ਔਰ ਉਹਦੇ ਵਿੱਚ ਬੜੇ ਵੱਡੇ ਵੱਡੇ ਵਕੀਲ ਸੀ। 2 ਤਾਂ ਮੁਕਲਰ ਹਤੋਗੀ ਜੀ ਹੋ ਗਏ, ਮੁਕਲਰ ਹਤੋਗੀ ਦੇ ਨਾਲ ਜਿਹੜੇ ਹੈਗੇ ਤੁਹਾਡੇ RS ਚੀਮਾ ਵੀ ਹੋ ਗਏ ਜੀ, ਸੋਬਤੀ ਵੀ ਹੋ ਗਏ। ਇਹ ਤਾਂ ਮਜੀਠੀਆ ਵਾਲੇ ਪਾਸੇ ਸੀ, ਉਧਰ ਕੱਲੇ ਪੀ ਚਿਦੰਬਰਮ ਕੱਲੇ ਸੀ। ਉਹਨਾਂ ਨੇ ਗੱਲ ਆਪੋ ਆਪਣੀ ਕਹਿਤੀ। ਆਪੋ ਆਪਣੀ ਗੱਲ ਕਹਿਣ ਤੋਂ ਬਾਅਦ ਡਿਮਾਂਡ ਕੀਤੀ ਸੀ ਇਹਨਾਂ ਨੇ ਕਿ ਮਜੀਠੀਆ ਦੀ ਜਿਹੜੀ ਅਰੈਸਟ ਹੈ ਉਹ ਸਟੇ ਕਰ ਦਿੱਤੀ ਜੀ, ਲੇਕਿਨ ਜੱਜ ਸਾਹਿਬਾਂ ਨੇ ਅਰੈਸਟ ਸਟੇ ਨਹੀਂ ਕੀਤੀ, ਸ਼ਾਮਲ ਤਫਤੀਸ਼ ਹੋਣ ਦਾ ਹੁਕਮ ਨਹੀਂ ਦਿੱਤਾ ਜੀ। ਉਹਨਾਂ ਨੇ ਕਿਹਾ ਜੀ ਇਹਦੀ ਸੁਣਵਾਈ ਅੱਗੇ ਹੋਊਗੀ, ਕਿਉਂਕਿ ਪੀ ਚਿਦੰਬਰਮ ਨੇ ਜਿਹੜੀ ਗੱਲ ਕਹੀ ਹੈ, ਉਹਨਾਂ ਨੇ ਕਿਹਾ ਸੀ ਪੋਲੀਟੀਕਲ ਬੈਂਡਿਟਾ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਤਕਰੀਰਾਂ ਕੀਤੀਆਂ, ਜਿਹੜੇ ਬਿਆਨ ਦਿੱਤੇ ਹੈ ਸਿੱਧੂ ਸਾਹਿਬ ਨੇ, ਲਟਰਮ ਪਟਰਮ ਸਾਰੇ ਉਹਨਾਂ ਨੇ ਉਹਨਾਂ ਦਾ ਹਵਾਲਾ ਦਿੱਤਾ ਹੈ।
ਇਹ ਗੱਲ ਵੀ ਸ਼ਾਇਦ ਮੇਰਾ ਖਿਆਲ ਹੈ ਵੀ ਇਹਦੇ 'ਚ ਉਹਦਾ ਵੀ ਜ਼ਿਕਰ ਕੀਤਾ, ਉਹ ਜਿਹੜੀ ਸੁਮੈਧ ਸੈਣੀ ਨੂੰ ਪੋਲੀਟੀਕਲ ਬੈਂਡਟਾ ਕਰਕੇ ਜੀ ਮਿਲੀ ਹੈ, ਉਹਦਾ ਜ਼ਿਕਰ ਵੀ ਕੀਤਾ ਉਹਨਾਂ ਨੇ। ਲੇਕਿਨ ਚਿਦੰਬਰਮ ਸਾਹਿਬ ਨੇ ਗੱਲਾਂ ਦੋ ਹੀ ਕੀਤੀਆਂ। ਉਹਨਾਂ ਨੇ ਕਿਹਾ ਜੀ ਇੱਕ ਤਾਂ ਜਿਹੜਾ ਜੋ ਉਹਨੇ ਇਨਕਸ਼ਾਫਾਤ ਕੀਤੇ ਆ ਭੋਲੇ ਨੇ, ਜਿਹੜੀ ਤੁਹਾਡੀ ਈਡੀ ਦੀ ਰਿਪੋਰਟ ਆ ਉਹਦੀ ਗੱਲ ਕੀਤੀ, ਈਡੀ ਦੇ ਕੋਲ ਜਿਹੜੇ ਭੋਲੇ ਨੇ ਬਿਆਨ ਦਿੱਤੇ ਉਹਨਾਂ ਬਿਆਨਾਂ ਨੂੰ ਗਾਂ ਘੋਖ ਹੈ, ਪਰ ਉਹਦੀ ਪੜਤਾਲ ਨਹੀਂ ਹੋਈ, ਤੇ ਪੜਤਾਲ ਦੇ ਲਈ ਕਸਟੋਡੀਅਲ ਜਿਹੜੀ ਹੈਗੀ ਹੈ ਇੰਟਰੋਗੇਸ਼ਨ ਜ਼ਰੂਰੀ ਹੈ। ਸੋ ਹੁਣ ਮੈਡਮ ਜੱਜ ਸਾਹਿਬਾਂ ਨੇ ਕਹਿਤਾ ਕਿ ਤੁਸੀਂ ਇੱਦਾਂ ਕਰੋ, ਪੰਜਾਬ ਸਰਕਾਰ ਆਪਣਾ ਜਿਹੜਾ ਲਿਖਤੀ ਤੌਰ ਦੇ ਉੱਤੇ ਜਵਾਬ ਫਾਈਲ ਕਰੇ। ਉਹ ਜਵਾਬ ਕੀ ਕਰਨਾ 8 ਫਰਵਰੀ ਤੱਕ, 8 ਜਨਵਰੀ ਤੱਕ ਸੌਰੀ, ਤੇ 10 ਜਨਵਰੀ ਨੂੰ ਹੋਊਗੀ ਸੁਣਵਾਈ। ਫਿਰ ਦੋਨਾਂ ਤਰ੍ਹਾਂ ਦੀ ਸੁਣਵਾਈ ਹੋਊਗੀ। ਉਸ ਸੁਣਵਾਈ ਤੋਂ ਬਾਅਦ ਅੱਗੇ ਜਿਹੜੀ ਹੈਗੀ ਹੈ ਅਦਾਲਤ ਆਪਣਾ ਜਿਹੜਾ ਮਨ ਬਣਾਊਗੀ ਕੀ ਫੈਸਲਾ ਦੇ। ਹੁਣ ਗੱਲ ਇਹ ਕਿ ਅਰੈਸਟ ਸਟੇ ਨਹੀਂ ਕੀਤੀ ਜੀ। ਸਾਡੇ ਡਿਪਟੀ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮਜੀਠੀਆ ਤਾਂ ਪੰਜਾਬ 'ਚ ਹੀ ਹੈ ਨਹੀਂ, ਜੇ ਪੰਜਾਬ 'ਚ ਹੁੰਦਾ ਤਾਂ ਅਸੀਂ ਫੜ ਲੈਂਦੇ। ਤੇ ਹੁਣ ਪਾਕਿਸਤਾਨ ਤਾਂ ਚਲੇ ਨਹੀਂ ਗਿਆ, ਕਿਉਂਕਿ ਸਿਕਿਉਰਿਟੀ ਨਾਲ ਲੋਕੋ ਸਰਕੂਲਰ ਵੀ ਤੁਸੀਂ ਜਾਰੀ ਕਰੋ, ਉਹਦਾ ਨਾ ਵੀ ਸਿਕਿਉਰਿਟੀ ਹੋਵੇ, ਜੇ ਤੁਹਾਨੂੰ ਇਹ ਪਤਾ ਵੀ ਪੰਜਾਬ ਇੱਥੇ ਹੈ ਨਹੀਂ, ਉਹ ਹੈ ਕਿੱਥੇ ਜੀ, ਇਹ ਵੀ ਤੁਹਾਨੂੰ ਫਿਰ ਪਤਾ ਹੋਣਾ ਚਾਹੀਦਾ। ਜਿੱਥੇ ਹੈਗੇ ਉਹ ਫੜ ਲਓ ਜੀ। ਲੇਕਿਨ ਆਮ ਤੌਰ ਤੇ ਕਿਉਂਕਿ ਜਿਹੜੀ ਇਹ ਕਾਇਦੇ ਕਾਨੂੰਨ ਹਨ ਜੀ, ਇਹ ਗਰੀਬ ਬੰਦੇ ਵਾਸਤੇ ਹੈ। ਸਾਡੇ ਦੇਸ਼ ਦੇ ਵਿੱਚ ਗਰੀਬਾਂ ਵਾਸਤੇ ਹੋਰ ਕਾਨੂੰਨ ਆ, ਅਮੀਰਾਂ ਵਾਸਤੇ ਹੋਰ ਕਾਨੂੰਨ ਜੀ। ਹੁਣ ਗੱਲਾਂ ਤਾਂ ਇਹ ਵੀ ਚੱਲਣ ਲੱਗ ਗਈਆਂ ਸੀ 2 ਦਿਨ ਪਹਿਲਾਂ, ਤੁਹਾਡੇ ਕੋਲੇ ਵੀ ਆ ਗਈ ਹੋਣੀ। ਕੁਝ ਲੋਕ ਕਹੀ ਜਾਂਦੇ ਸੀ ਜੀ ਬਾਦਲ ਹੈਗੇ, ਮਜੀਠੀਆ ਸਾਹਿਬ ਤਾਂ ਬਾਦਲ ਆਏ ਵੇ ਜੀ। ਇੱਕੋ ਜਿਹੜੀ ਉਹਨਾਂ ਨੇ ਤਸਵੀਰ ਪਾਤੀ ਸੀ, ਉਹ ਤਸਵੀਰ ਨੂੰ ਆਧਾਰ ਬਣਾ ਕੇ ਮੇਰੇ ਵਰਗੇ ਕਈ ਫੇਸਬੁੱਕ ਦੇ ਉੱਤੇ ਉਹ ਬਹਿਸ ਕਰੀ ਜਾਂਦੇ, ਵੇਖੋ ਜੀ ਇੱਥੇ ਆ ਗਿਆ ਸੀ। ਹਾਲਾਂਕਿ ਆਪਾਂ ਨੂੰ ਪਤਾ ਵੀ ਉਹ ਤਸਵੀਰ ਜਿਹੜੀ ਆ ਪੁਰਾਣੀ ਸੀ, ਨਵੀਂ ਨਹੀਂ ਸੀ। ਲੇਕਿਨ ਵੱਡੇ ਬੰਦੇ ਵੱਡੇ ਹੁੰਦੇ ਆ ਜੀ। ਵੱਡੇ ਬੰਦਿਆਂ ਨੂੰ ਇੱਕ ਟਾਈਮ ਉਹ ਆ ਗਿਆ ਕਿ ਪਤਾ ਨਹੀਂ ਕਿਹੜੇ ਵੇਲੇ ਕੋਡ ਲੱਗ ਜੇ। ਇਲੈਕਸ਼ਨ ਕਿੱਥੇ ਆਉਂਦੇ ਆ, ਤੇ ਇਲੈਕਸ਼ਨ ਵੀ ਅੱਗੇ ਆਉਣੇ, ਉਹਦੇ ਤੇ ਵੀ ਦੇਖਣਾ ਵੀ ਕੀ ਹੁੰਦਾ, ਕਿਹਦੀ ਸਰਕਾਰ ਬਣਨੀ, ਕਿਹਦੀ ਨਹੀਂ ਬਣਨੀ, ਕਿਹਨੇ ਕੁਛ ਕਰਨਾ। ਬਿਲਕੁਲ ਅੱਗੇ ਦੇਖੋ ਤੱਕ ਹੈ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ। ਸੋ ਸਮਾਂ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ।